ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਨੀ ਗਰੋਸਰੀ ਦੀਆਂ ਵੱਧ ਰਹੀਆਂ ਕੀਮਤਾਂ ਬਾਰੇ। ਲੋਕ ਪਰੇਸ਼ਾਨ ਨੇ, ਕੀਮਤਾਂ ਕਿੰਨੀਆਂ ਕੁ ਵਧੀਆਂ ਤੇ ਕਿੱਥੇ ਬਚਾਅ ਹੋ ਸਕਦਾ। ਦੂਜੀ ਗੱਲਬਾਤ ਤੁਹਾਡੇ ਨਾਲ ਅੱਜ ਖਾਸ ਤੌਰ ਦੇ ਉੱਤੇ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਕਮੀ ਆ, ਜਿੰਨੇ ਘਰ ਲੋਕਾਂ ਨੂੰ ਰਹਿਣ ਨੂੰ ਚਾਹੀਦੇ ਉਨੇ ਹੈ ਨਹੀਂ। ਕੀ ਮਾਮਲਾ ਆ? ਤੀਜੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ, BC ਦੇ ਵਿੱਚ ਏਅਰ ਕੰਡੀਸ਼ਨਾਂ ਦੀ ਵਰਤੋਂ ਵੱਧ ਗਈ ਆ। 10 ਸਾਲ ਪਹਿਲਾਂ ਜਿੰਨੇ ਘਰਾਂ ਦੇ ਵਿੱਚ ਤੁਸੀਂ ਦੇਖ ਲਓ AC ਲੱਗੇ ਹੁੰਦੇ ਸੀ, ਉਹਨਾਂ ਦੀ ਗਿਣਤੀ ਬਹੁਤ ਘੱਟ ਸੀ। ਅੱਜ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਚੌਥੀ ਖਬਰ ਇਹ ਕਰਨੀ ਆ ਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਰਾਣੇ ਦਰੱਖਤਾਂ ਨੂੰ ਕੱਟਿਆ ਜਾ ਰਿਹਾ। ਜਿਹੜੇ ਪੁਰਾਣੇ ਬਹੁਤ ਕਈ ਸੈਂਕੜੇ ਸਾਲ ਪੁਰਾਣੇ ਦਰੱਖਤ ਵੀ ਹੈਗੇ ਆ, ਉਹਨਾਂ ਨੂੰ ਕੱਟਿਆ ਜਾ ਰਿਹਾ ਤੇ ਉਹ ਇਲੀਗਲ ਤਰੀਕੇ ਨਾਲ ਕੱਟ ਕੇ ਕਿਤੇ ਨਾ ਕਿਤੇ ਵੇਚੇ ਜਾ ਰਹੇ ਆ। ਇਹ ਕੀ ਮਾਮਲਾ ਆ? ਅਗਲੀ ਖਬਰ ਆ ਉਹ ਅਮਰੀਕਾ ਦੇ ਵਿੱਚ ਅਬੋਰਸ਼ਨ ਸੰਬੰਧੀ ਕਾਨੂੰਨ ਅੱਜ ਬਹੁਤ ਚਰਚਾ ਦੇ ਵਿੱਚ ਆ। ਉਹ ਮਾਮਲਾ ਕੀ ਆ ਪੂਰਾ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਯੂਕਰੇਨ ਯੁੱਧ ਅੱਜ 5ਵੇਂ ਮਹੀਨੇ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਅਮਰੀਕਾ ਦੇ ਵਿੱਚ ਹਥਿਆਰਾਂ ਸੰਬੰਧੀ ਇੱਕ ਨਵਾਂ ਕਾਨੂੰਨ ਆਇਆ। ਆਖਰੀ ਗੱਲਬਾਤ ਕਰਨੀ ਆ ਕੈਨੇਡਾ ਦਾ ਸੂਬਾ ਅਲਬਰਟਾ ਤੇ ਅਲਬਰਟਾ ਦਾ ਸ਼ਹਿਰ ਕੈਲਗਰੀ ਰਹਿਣਯੋਗ ਥਾਵਾਂ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਆਇਆ ਦੁਨੀਆ ਦੇ ਵਿੱਚ। ਵੈਨਕੂਵਰ, ਟੋਰਾਂਟੋ ਇਹਦੇ ਤੋਂ ਪਿੱਛੇ ਰਹਿ ਗਏ ਆ, ਕੈਲਗਰੀ ਨੰਬਰ ਲੈ ਗਿਆ। ਇਹ ਵੀ ਗੱਲਬਾਤ ਤੁਹਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਜਾ ਕੇ ਕਰਾਂਗੇ। ਕੁਝ ਅੰਕੜੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮਹਿੰਗਾਈ ਕਿੰਨੀ ਵਧੀ ਆ, ਕੁਝ ਅੰਕੜੇ ਜਿਹੜੇ ਸਾਡਾ ਧਿਆਨ ਮੰਗਦੇ ਆ, ਉਹਨਾਂ ਨੂੰ ਦੇਖਿਆ ਜਾਵੇ ਤਾਂ ਪਿਛਲੇ ਮਹੀਨਿਆਂ ਦੇ ਵਿੱਚ ਹੋ ਕੀ ਰਿਹਾ ਕਿ ਤੁਸੀਂ ਜਦੋਂ ਗਰੋਸਰੀ ਲੈਣ ਜਾਂਦੇ ਆ ਤਾਂ ਜਿਹੜੀ ਤੁਹਾਡੀ ਕਾਰਟ ਆ, ਬੱਗੀ ਆ, ਉਹਦੇ ਵਿੱਚ ਝੁੱਕ ਕੇ ਗਰੋਸਰੀ ਚੱਕਣੀ ਪੈਂਦੀ, ਕਿਉਂਕਿ ਉੱਥੇ ਤੱਕ ਗਰੋਸਰੀ ਆਉਂਦੀ ਨਹੀਂ, ਉਹ ਭਰਦੀ ਨਹੀਂ। ਗਰੋਸਰੀ ਥੋੜ੍ਹੀ ਲੈ ਕੇ ਲੋਕ ਆਉਂਦੇ ਆ। ਜਿਹੜੀਆਂ ਫੂਡ ਦੀਆਂ ਕੀਮਤਾਂ ਆ 9.7% ਦੇ ਉੱਤੇ ਪਹੁੰਚ ਗਈਆਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲ ਨਾਲੋਂ। ਜੇਕਰ ਅਪ੍ਰੈਲ ਮਹੀਨੇ ਦੇ ਨਾਲ ਇਹਦੀ ਤੁਲਨਾ ਕੀਤੀ ਜਾਵੇ, ਬਹੁਤ ਸਾਰਾ ਜਿਹੜਾ ਸਟੈਪਲ ਫੂਡ ਆ, ਜਿਵੇਂ ਕੁਕਿੰਗ ਆਇਲ ਆ, ਆਟਾ ਆ, ਇਹਨਾਂ ਸਾਰੀਆਂ ਦੀਆਂ ਕੀਮਤਾਂ 30% ਤੱਕ ਵਧੀਆਂ। ਜੇਕਰ ਇਹਨੂੰ ਦੇਖਿਆ ਜਾਵੇ ਮੋਟੇ ਤੌਰ ਦੇ ਉੱਤੇ ਅੰਕੜੇ ਦੇਖੇ ਜਾਣ ਕਿ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ ਕੀਮਤਾਂ ਕਿੰਨੀ ਵਧੀਆਂ ਆ, ਤਾਂ ਅੰਦਾਜ਼ਾ ਲਾ ਕੇ ਦੇਖੋ ਕਿ ਜਿਹੜਾ ਪੀਨਟ ਬਟਰ ਆ 1 ਕਿਲੋ ਉਹ $4.87 ਦਾ ਹੁੰਦਾ ਸੀ ਪਿਛਲੇ ਸਾਲ, ਜਿਹੜਾ ਇਸ ਵੇਲੇ $5.37 ਦਾ ਹੋ ਗਿਆ। ਮਤਲਬ ਕਿਲੋ ਪੀਨਟ ਬਟਰ ਦੇ ਰੇਟ ਦੇ ਵਿੱਚ ਫਰਕ ਆ। ਵੈਜੀਟੇਬਲ ਆਇਲ ਜਿਹੜਾ ਹੁੰਦਾ ਸੀ ਪਿਛਲੇ ਸਾਲ $6.48 ਦਾ, ਉਹ ਇਸ ਵੇਲੇ $11 ਦੇ ਨੇੜੇ ਪਹੁੰਚਿਆ ਆ। 3 ਲੀਟਰ ਦੀ ਜਿਹੜੀ ਹੁੰਦੀ ਆ ਉਹ ਪੈਕਿੰਗ, 3 ਲੀਟਰ ਵੈਜੀਟੇਬਲ ਆਇਲ $6.48 ਦਾ ਪਿਛਲੇ ਸਾਲ ਸੀ, ਜਿਹੜਾ ਇਸ ਵੇਲੇ $11 ਦਾ ਹੋ ਚੁੱਕਿਆ। ਜਿਹੜੀ ਕੇਨਡ ਬੀਨਸ ਨੇ, ਇਹ ਜਿਹੜਾ ਅੱਧਾ ਲੀਟਰ ਦਾ ਹੁੰਦਾ ਸੀ ਪੈਕਿੰਗ, ਇਹ $1.28 ਦਾ ਪਿਛਲੇ ਸਾਲ ਹੁੰਦਾ ਸੀ, ਇਹ ਹੁਣ $1.48 ਦਾ ਹੋਇਆ ਆ। ਇਸੇ ਤਰ੍ਹਾਂ ਕੌਫੀ ਜਿਹੜੀ ਆ ਉਹ 340 ਗ੍ਰਾਮ ਦੀ ਜਿਹੜੀ ਪੈਕਿੰਗ ਹੁੰਦੀ ਸੀ $5.37 ਦੀ ਹੁੰਦੀ ਸੀ, ਜਿਹੜੀ ਕਿ ਇਸ ਵੇਲੇ $6 ਦੇ ਨੇੜੇ ਤੇੜੇ ਹੋ ਚੁੱਕੀ ਆ। ਆਟੇ ਦੀ ਕੀਮਤ 'ਚ ਵਾਧਾ ਹੋਇਆ। ਪਿਛਲੇ ਸਾਲ ਇਹ $4.7 ਦਾ ਸੀਗਾ, $70 ਦਾ ਸੀਗਾ, ਤੇ ਹੁਣ ਇਹ $5.28 ਦਾ ਹੋ ਚੁੱਕਿਆ। ਇਹ ਕੀਮਤਾਂ ਅਸੀਂ ਇਸ ਮਹੀਨੇ ਦੀ ਜਦੋਂ ਪਿਛਲੇ ਸਾਲ ਨਾਲ 2021 ਨਾਲ ਕੰਪੇਅਰ ਕਰਦੇ ਹਾਂ ਤਾਂ ਉਦੋਂ ਦੀਆਂ ਆ। ਬ੍ਰੈਡ $3.3 ਪੂਰੇ $3 ਦੀ ਹੁੰਦੀ ਸੀ, ਹੁਣ $3.37 ਦੀ ਹੋਈ ਆ। ਇਸੇ ਤਰ੍ਹਾਂ ਹੀ ਜਿਹੜਾ ਸੀਰੀਅਲ ਹੁੰਦਾ ਸੀ ਉਹ ਵੀ $3.27 ਦਾ ਹੁੰਦਾ ਸੀ, ਜਿਹੜਾ ਇਸ ਵੇਲੇ $4 ਦਾ ਹੋਇਆ ਆ। ਇਹ ਅਸਲ ਦੇ ਵਿੱਚ ਅੰਕੜੇ ਆ ਜਿਹੜੇ ਦੱਸਦੇ ਆ ਇਸ ਵੇਲੇ ਕਿ ਕਈ ਵਾਰੀ ਜਦੋਂ ਗਰੋਸਰੀ ਲੈਣ ਜਾਂਦੇ ਸਾਨੂੰ ਬਹੁਤੀ ਵਾਰੀ ਪਤਾ ਨਹੀਂ ਹੁੰਦਾ, ਔਰ ਇਹ ਅੰਕੜੇ ਦੱਸਦੇ ਆ ਕਿ ਕਿਹੜੀ ਚੀਜ਼ ਦੇ ਵਿੱਚ ਕਿੰਨਾ ਵਾਧਾ ਹੋਇਆ ਆ। ਔਰੰਜਸ ਦੱਸਦੇ ਆ ਜਿਹੜੇ ਪਿਛਲੇ ਸਾਲ ਇਹ $3.60 ਨੂੰ ਹੁੰਦੇ ਸੀ, ਉਹ $4.20 ਨੂੰ ਹੋ ਗਏ ਆ। ਅਨੀਅਨਸ ਜਿਹੜੇ ਨੇ ਉਹ $4.14 ਨੂੰ ਹੁੰਦੇ ਸੀ, ਉਹ $5.28 ਨੂੰ ਹੋ ਗਏ ਆ। ਇਸੇ ਤਰ੍ਹਾਂ ਹੀ ਬਾਕੀ ਚੀਜ਼ਾਂ ਦੀਆਂ ਕੀਮਤਾਂ ਆ। ਤੇ ਜੇ ਤੁਸੀਂ ਦੇਖਿਆ ਜਾਵੇ ਕਿ ਜਿਹੜੀ ਬੀਫ ਆ ਉਹ ਵੀ $9 ਦਾ ਪਿਛਲੇ ਸਾਲ 1 ਕਿਲੋ ਸੀ, ਤੇ ਜਿਹੜਾ $10 ਤੇ $82 ਦਾ ਹੋ ਗਿਆ। ਇਸੇ ਤਰ੍ਹਾਂ ਹੀ ਦੁੱਧ ਦੀਆਂ ਕੀਮਤਾਂ ਵਧੀਆਂ ਆ। ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਤੇ ਇਹਨੇ ਲੋਕਾਂ ਨੂੰ ਇਸ ਵੇਲੇ ਚਿੰਤਾ ਪੈਦਾ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਨਾ ਕਿੱਦਾਂ। ਤੇ ਗੱਲ ਇਹ ਕਹਿੰਦੇ ਵੀ ਇਹ ਇੰਨੀਆਂ ਸੌਖੀਆਂ ਥੱਲੇ ਨਹੀਂ ਆਉਣੀਆਂ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਫੂਡ ਬੈਂਕਸ ਜਿਹੜੀਆਂ ਕੈਨੇਡਾ ਦੇ ਸੀਗੀਆਂ, ਇਹਨਾਂ ਨੇ ਡਾਟਾ ਰਿਲੀਜ਼ ਕੀਤਾ ਸੀ ਕਿ ਜਿਹੜੀਆਂ ਚਾਰਾਂ ਦੇ ਵਿੱਚੋਂ ਇੱਕ, ਜਾਣੀ ਕਿ 23% ਲੋਕ ਇਸ ਵੇਲੇ ਇਹ ਕਹਿ ਰਹੇ ਆ ਕਿ ਸਾਨੂੰ ਜਿੰਨਾ ਖਾਣਾ ਚਾਹੀਦਾ ਅਸੀਂ ਉਹਦੇ ਤੋਂ ਘੱਟ ਖਾ ਰਹੇ ਹਾਂ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਆ ਇਹ।
ਐਸੇ ਮਹੀਨੇ ਦੇ ਸ਼ੁਰੂ ਵਿੱਚ ਫੂਡ ਬੈਂਕਸ ਕੈਨੇਡਾ ਨੇ ਇੱਕ ਡਾਟਾ ਰਿਲੀਜ਼ ਕੀਤਾ ਸੀ, ਜਿਹੜਾ ਡਾਟਾ ਇਹ ਦੱਸਦਾ ਸੀ ਕਿ ਲਗਭਗ 4 ਦੇ ਵਿੱਚੋਂ 1 ਕੈਨੇਡੀਅਨ ਇਹ ਕਹਿ ਰਿਹਾ ਆ ਕਿ ਉਹਨੂੰ ਜਿੰਨਾ ਖਾਣਾ ਚਾਹੀਦਾ ਉਹਦੇ ਤੋਂ ਘੱਟ ਖਾ ਰਿਹਾ। ਕਿਉਂ? ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਆ। ਕੈਨੇਡਾ ਦੁਨੀਆ ਦਾ ਇੱਕ ਅਤ ਵਿਕਸਿਤ ਦੇਸ਼, ਦੁਨੀਆ ਦੇ ਪਹਿਲੇ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਆ। ਜੇ ਇੱਥੇ ਅੱਜ ਇਹ ਹਾਲਤ ਆ ਕਿ ਲੋਕਾਂ ਨੂੰ ਖਾਣ ਦੇ ਲਾਲੇ ਪਏ ਆ। ਉਹ ਇਹ ਕਹਿ ਰਹੇ ਆ 23% ਲੋਕ ਥੋੜ੍ਹੇ ਨਹੀਂ ਹੁੰਦੇ, 25% ਦੇ ਲਗਭਗ 4 ਦੇ ਵਿੱਚੋਂ ਇੱਕ ਇਹ ਕਹਿ ਰਿਹਾ ਅਸੀਂ ਘੱਟ ਖਾ ਰਹੇ ਹਾਂ ਮਹਿੰਗਾਈ ਕਰਕੇ, ਸਾਡੇ ਕੋਲ ਗਰੋਸਰੀ ਲੈਣ ਦੇ ਲਈ ਉਨੀ ਮਨੀ ਨਹੀਂ ਆ। ਸੋ ਇਹਦਾ ਮਤਲਬ ਕੀ ਆ ਕਿ ਇਹ ਜਿਹੜੇ ਫੂਡ ਬਿਲਸ ਆ ਉੱਪਰ ਨੂੰ ਜਾ ਕਿਉਂ ਰਹੇ ਆ? ਇਹਦੇ ਵਿੱਚ ਤੁਸੀਂ 15-16 ਜਿਹੜੀਆਂ ਕਾਮਨ ਆਈਟਮਸ ਇੱਕ ਨਿਊਜ਼ ਗਰੁੱਪ ਨੇ ਸਾਹਮਣੇ ਲਿਆ ਕੇ ਦੱਸੀਆਂ ਕਿ ਅਸਲ ਦੇ ਵਿੱਚ ਆ ਜਿਨ੍ਹਾਂ ਦੇ ਨਾਲ ਤੁਹਾਡੀਆਂ ਕੀਮਤਾਂ ਵੱਧ ਗਈਆਂ। ਜੇਕਰ ਤੁਸੀਂ ਡੇਅਰੀ ਪ੍ਰੋਡਕਟ ਯੂਜ਼ ਕਰ ਰਹੇ ਆ ਆਪਣਾ ਪ੍ਰੋਟੀਨ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ ਤੁਸੀਂ ਵਰਤਦੇ ਆ, ਤਾਂ ਜਿਹੜਾ ਕੈਨੇਡੀਅਨ ਡੇਅਰੀ ਕਮਿਸ਼ਨ ਆ ਉਹਨਾਂ ਨੇ ਇਸ ਹਫ਼ਤੇ ਦੇ ਵਿੱਚ 2.5% ਹੋਰ ਰੇਟ ਵਧਾ ਦਿੱਤੇ ਆ। ਸੋ 2.5% ਹੋਰ ਦੁੱਧ ਦਾ ਰੇਟ ਇਸ ਵੇਲੇ ਵੱਧ ਜਾਣਾ ਹੈ, ਜਿਹੜਾ ਕਿ ਪਹਿਲਾਂ ਹੀ ਵੱਧ ਚੁੱਕਾ ਹੈ। ਤੇ ਜੇ ਦੁੱਧ ਦਾ ਰੇਟ ਵੱਧਦਾ ਹੈ ਤਾਂ ਉਹਦੇ ਨਾਲ ਫਿਰ ਬਾਕੀ ਜਿਹੜਾ ਚੀਜ਼ ਆ, ਯੋਗਰਟ ਆ, ਉਹਨਾਂ ਦਾ ਰੇਟ ਵੀ ਵੱਧ ਜਾਣਾ। ਐਵਰੇਜ ਪ੍ਰਾਈਸ 4 ਲੀਟਰ ਜਿਹੜਾ ਦੁੱਧ ਦੀ ਗੈਲਨ ਆਪਾਂ ਲੈਣ ਜਾਂਦੇ ਆ ਉਹ $5.50 ਹੁੰਦਾ ਸੀ, ਮਤਲਬ $5.50 ਹੁੰਦਾ ਸੀ 2021 ਦੇ ਵਿੱਚ, ਤੇ ਜਿਹੜਾ $6.04 ਅਪ੍ਰੈਲ 2022 ਦੇ ਵਿੱਚ ਹੋ ਚੁੱਕਿਆ ਪਹਿਲਾਂ ਹੀ, ਤੇ 2.5% ਇਹਦੇ ਵਿੱਚ ਅਜੇ ਹੋਰ ਵਧਣਾ ਆ। ਜਿਹੜੇ ਫਰੈਸ਼ ਫਰੂਟਸ ਨੇ ਦੱਸਦੇ ਆ 10% ਇਹਨਾਂ ਦੀ ਕੀਮਤ ਵੱਧ ਗਈ ਆ ਅਪ੍ਰੈਲ ਦੇ ਵਿੱਚ। ਜੇਕਰ ਇਹਨੂੰ ਦੇਖਿਆ ਜਾਵੇ ਪਿਛਲੇ ਸਾਲ, ਤੇ ਜਿਹੜੀਆਂ ਫਰੈਸ਼ ਵੈਜੀਟੇਬਲ ਸੀ 8.2% ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ। ਜਿਹੜੀਆਂ ਫਰੋਜ਼ਨ ਵੈਜੀਟੇਬਲਸ ਨੇ ਉਹ ਥੋੜ੍ਹੀਆਂ ਜਿਹੀਆਂ ਦੱਸਦੇ ਆ ਕਿ ਇਸ ਸਮੇਂ ਦੇ ਵਿੱਚ ਸਟੇਬਲ ਰਹੀਆਂ, ਤੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਕਮੀ ਵੀ ਆਈ ਆ। ਸੋ ਇਨਫਲੇਸ਼ਨ ਰੇਟ ਪਹਿਲਾਂ ਹੀ 7.7% ਦੇ ਉੱਤੇ ਪਹੁੰਚ ਚੁੱਕਿਆ। ਜਿਹੜੀਆਂ ਫੂਡ ਬੈਂਕਸ ਕੈਨੇਡਾ ਦਾ ਸਰਵੇ ਸੀਗਾ ਉਹ ਹੀ ਨਹੀਂ ਦੱਸ ਰਿਹਾ, ਸਗੋਂ ਇਹ ਵੀ ਦੱਸ ਰਿਹਾ ਕਿ ਜਿਹੜੇ 23% ਰਿਸਪੋਂਡੈਂਟ ਨੇ ਉਹ ਇਸ ਮਹਿੰਗਾਈ ਦੇ ਵਿੱਚ ਜਦੋਂ ਘੱਟ ਖਾ ਰਹੇ ਆ, ਤਾਂ ਉਹਦੇ ਨਾਲ 19% ਲੋਕ ਇਹ ਕਹਿ ਰਹੇ ਆ ਕਿ ਉਹਨਾਂ ਨੇ ਆਪਣੇ ਆਪ ਨੂੰ ਭੁੱਖੇ ਰੱਖਿਆ, ਕਿਉਂਕਿ ਜਾਂ ਉਹਨਾਂ ਨੂੰ ਭੁੱਖੇ ਰਹਿਣਾ ਪਿਆ ਕਿਉਂਕਿ ਉਹ ਖਾ ਨਹੀਂ ਸੀ ਸਕਦੇ। ਕਿਉਂ ਨਹੀਂ ਸੀ ਖਾ ਸਕਦੇ? ਕਿਉਂਕਿ ਉਹਨਾਂ ਲਈ ਫੂਡ ਖਰੀਦਣ ਲਈ ਮਨੀ ਨਹੀਂ ਸੀ। 19% ਲੋਕ ਇਹ ਗੱਲ ਕਹਿ ਰਹੇ ਆ। ਸੋ ਭੋਜਨ ਜਿਹੜਾ ਕਿ ਮਨੁੱਖ ਦੀ ਪਹਿਲੀ ਲੋੜ ਆ, ਜਿਹਦੇ ਉੱਤੇ ਕੋਈ ਵੀ ਬੰਦਾ ਸਮਝੌਤਾ ਨਹੀਂ ਕਰਦਾ, ਜੇ ਉਹਦੇ ਵਿੱਚ ਹੀ ਇਹ ਹਾਲਤ ਹੋਈ ਆ ਤਾਂ ਫਿਰ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੇ ਬੇਸਿਕ ਸਾਡੀਆਂ ਜਿਹੜੀ ਗਰੋਸਰੀ ਆ ਉਹ ਕਿੱਥੇ ਤੱਕ ਉੱਤੇ ਚਲੇ ਗਈਆਂ। ਔਰ ਕਈ ਕੈਟਾਗਰੀਜ਼ ਜਿਹੜੀਆਂ ਹੈਗੀਆਂ ਜਿਵੇਂ ਐਡੀਬਲ ਆਇਲ ਆ 30% ਤੱਕ ਉੱਤੇ ਚਲੇ ਗਿਆ। ਦੂਜੀਆਂ ਕੁਝ ਹੋਰ ਆਈਟਮਸ ਹੈਗੀਆਂ ਜਿਨ੍ਹਾਂ ਦੇ ਐਵਰੇਜ ਪ੍ਰਾਈਸ ਵਧੇ ਆ ਪਿਛਲੇ ਸਮੇਂ ਦੇ ਵਿੱਚ, ਜਿਵੇਂ ਪੋਟੈਟੋਸ ਨੇ, ਸਵੀਟ ਪੋਟੈਟੋਸ ਨੇ, ਇਹਨਾਂ ਦੀਆਂ ਕੀਮਤਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਵੀ ਆਈ ਆ। ਬਨਾਨਾਸ ਨੇ, ਇਹ ਕੇਲੇ ਜਿਹੜੇ ਆ ਇਹ ਲਗਭਗ ਉੱਥੇ ਕੁ ਰਹੇ ਆ, ਲੈਮਨ ਦੇ ਉੱਥੇ ਕੁ ਰਹੇ ਆ। ਬਰੋਕਲੀ ਇੱਕ ਇਹੋ ਜਿਹੀ ਜਿਹੜੀ ਵੈਜੀਟੇਬਲ ਰਹੀ ਆ ਕਿ ਜਿਹੜੀ ਚੇਂਜ ਨਹੀਂ ਹੋਈ। ਮਾਰਚ 2021 ਦੇ ਵਿੱਚ 1.3 ਮਿਲੀਅਨ ਵਿਜ਼ਿਟ ਸੀਗੀਆਂ ਫੂਡ ਬੈਂਕਸ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ, ਮਤਲਬ 1.3 ਮਿਲੀਅਨ ਲੋਕ ਜਾਂ ਇੰਨੀਆਂ ਵਿਜ਼ਿਟਸ ਮਾਰਚ 2021 ਦੇ ਵਿੱਚ ਲੋਕਾਂ ਦੀਆਂ ਹੋਈਆਂ ਸੀ। ਉਹ ਲੋਕ ਜਿਨ੍ਹਾਂ ਦੇ ਕੋਲੇ ਖਾਣ ਲਈ ਖਾਣਾ ਨਹੀਂ ਆ, ਭੋਜਨ ਨਹੀਂ ਆ, ਉਹ ਇਹਨਾਂ ਫੂਡ ਬੈਂਕ ਦੇ ਵਿੱਚ ਜਾ ਕੇ ਖਾਣਾ ਖਾਣ ਗਏ ਆ। ਤੇ ਇਹ ਹੁਣ ਦੱਸਦੇ ਵਿੱਚ 20% ਵਾਧਾ ਹੋਇਆ 2019 ਦੇ ਮੁਕਾਬਲੇ। ਤੇ ਜਦੋਂ ਇਹਨੇ ਇਨਫਲੇਸ਼ਨ ਨੂੰ ਹਿੱਟ ਕੀਤਾ ਹੈ ਤੇ ਉਹਦੇ ਨਾਲ ਕਹਿੰਦੇ ਇੱਕ ਤਾਂ ਵਿਜ਼ਿਟਰ ਵੱਧ ਗਿਆ, ਦੂਜਾ ਫੂਡ ਮਹਿੰਗਾ ਹੋ ਗਿਆ। ਹੁਣ ਜਿਹੜੀਆਂ ਫੂਡ ਬੈਂਕਸ ਨੇ ਉਹਨਾਂ ਦੇ ਲਈ ਇੱਕ ਵੱਡੀ ਸਮੱਸਿਆ ਬਣੀ ਆ। ਤੇ ਆਟਵਾ ਦੇ ਵਿੱਚ ਇੱਕ ਫੂਡ ਬੈਂਕ ਨੇ ਦੱਸਿਆ, ਆਟਵਾ ਫੂਡ ਬੈਂਕ ਨੇ, ਕਿ ਅੱਜ ਤੱਕ ਸਾਡੇ ਕੋਲ ਕਦੇ ਵੀ ਇਹ ਹਾਲਾਤ ਨਹੀਂ ਪੈਦਾ ਹੋਏ, ਇੱਦਾਂ ਦੀ ਹਾਲਤ ਉਹ ਕਹਿੰਦੇ ਕਦੇ ਵੀ ਨਹੀਂ ਸਾਡੇ ਕੋਲ ਆਈ ਕਿ ਇੰਨੇ ਜ਼ਿਆਦਾ ਭੁੱਖੇ ਲੋਕ ਇੱਥੇ ਰੋਟੀ ਲਈ ਤਰਸਦੇ। ਰੋਟੀ ਮਤਲਬ ਭੋਜਨ ਜਿਹੜਾ ਵੀ ਜੋ ਕੁਛ ਉਹ ਖਾਂਦੇ ਆ ਉਹਦੇ ਲਈ ਤਰਸਦੇ ਇਹਨਾਂ ਫੂਡ ਬੈਂਕਾਂ ਦੇ ਵਿੱਚ ਆਏ ਹੋਣ। ਇਹ ਅੱਜ ਤੱਕ ਦੀ ਸਭ ਤੋਂ ਵੱਡੀ ਪਿਛਲੇ ਲੰਬੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਹਾਲਤ ਆ ਕਿ ਇਸ ਤਰੀਕੇ ਦੇ ਨਾਲ ਹੋਈ ਆ। ਘਰਾਂ ਦੀਆਂ ਕੀਮਤਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀਆਂ, ਤੇ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਸਾਹਮਣੇ ਇਹ ਹੁੰਦਾ ਘਰ ਸਸਤੇ ਹੋਣਗੇ ਜਾਂ ਨਹੀਂ, ਜੇ ਹੋਏ ਆ ਤਾਂ ਹੁਣ ਇਹ ਕਿੰਨੇ ਕੁ ਹੋਏ ਆ। ਇਸ ਸਿਨੈਰੀਓ ਨੂੰ ਸਮਝਣ ਦੇ ਲਈ ਕਈ ਤਰ੍ਹਾਂ ਦੀਆਂ ਰਾਵਾਂ ਸਾਹਮਣੇ ਆਉਂਦੀਆਂ। ਕੁਝ ਲੋਕ ਕਹਿੰਦੇ ਵੀ ਘਰ ਹੁਣ ਰੁਕ ਗਏ ਆ, ਇੰਟਰਸਟ ਰੇਟ ਵੱਧ ਗਿਆ ਆ, ਇਹ ਜਿਹੜੀ ਸੇਲ ਵੀ ਘਰਾਂ ਦੀ ਰੁਕੀ ਆ, ਘਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਈ ਹੈ, ਤੇ ਹੌਲੀ ਹੌਲੀ ਬਹੁਤ ਕਮੀ ਆਉਣੀ ਹੈ ਤੇ ਬਹੁਤ ਸਸਤੇ ਘਰ ਹੋ ਜਾਣੇ ਆ। ਅੱਜ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਰਿਪੋਰਟ ਆਈ ਆ। ਉਹ ਰਿਪੋਰਟ ਪੜ੍ਹਨ ਤੋਂ ਬਾਅਦ ਥੋੜ੍ਹੀ ਜਿਹੀ ਤੁਹਾਨੂੰ ਗੱਲ ਸਾਫ਼ ਹੋ ਜਾਊਗੀ ਕਿ ਹੋ ਸਕਦਾ 2-4 ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਤਬਦੀਲੀ ਆਊਗੀ। ਪਰ ਅਸਲ ਦੇ ਵਿੱਚ ਸਿਨੈਰੀਓ ਕੀ ਆ, ਪਰਿਦ੍ਰਿਸ਼ ਕੀ ਆ, ਕਿ ਇਹਦਾ ਬਣਨਾ ਕੀ ਆ, ਕੀ ਘਰ ਕਿੱਥੇ ਕੁ ਸਸਤੇ ਹੋ ਸਕਦੇ ਆ ਜਾਂ ਕਿੱਥੇ ਕੁ ਨਹੀਂ ਹੋ ਸਕਦੇ। ਜਿਹੜੀ ਇਹ CMHC ਦੀ ਰਿਪੋਰਟ ਆ
ਇਹਦੇ ਤੋਂ ਤੁਸੀਂ ਚੰਗਾ ਭਲਾ ਅੰਦਾਜ਼ਾ ਲਾ ਸਕਦੇ ਹੋ। ਜਿਹੜੀ CMHC ਆ, ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਰਿਪੋਰਟ ਕਹਿੰਦੀ ਆ ਕਿ 3.5 ਮਿਲੀਅਨ ਹੋਰ ਘਰ ਕੈਨੇਡਾ ਦੇ ਵਿੱਚ ਚਾਹੀਦੇ ਆ 2030 ਤੱਕ ਜੇ ਅਫੋਰਡੇਬਿਲਿਟੀ ਦੇ ਨੇੜੇ ਤੇੜੇ ਪਹੁੰਚਣਾ। ਮਤਲਬ ਜੇ ਘਰ ਠੀਕ ਠਾਕ ਰੱਖਣੇ ਆ ਤਾਂ ਇੱਥੇ 35 ਲੱਖ ਘਰ ਹੋਰ ਬਣਾਉਣਾ ਪਊਗਾ 2030 ਤੱਕ। 2022 ਚੱਲਦਾ, ਸਾਲ 8 ਰਹਿ ਗਏ ਆ। ਹੁਣ ਜੇ ਨਾ ਬਣਿਆ ਤਾਂ ਫਿਰ ਇਹ ਘਰ ਸਸਤੇ ਨਹੀਂ ਹੋਣੇ, ਤੇ ਜਿਹੜੇ ਹਿਸਾਬ ਨਾਲ ਇਸ ਵੇਲੇ ਚੱਲ ਰਿਹਾ ਆ ਇਹ ਘਰ ਨਹੀਂ ਬਣਨੇ। ਤੇ ਮਤਲਬ ਜਿਹੜਾ ਬੜਾ ਸਿੱਧਾ ਆ ਕਿ ਘਰ ਨੂੰ ਖਰੀਦਣ ਵਾਲੇ ਲੋਕਾਂ ਦੀ ਲੋੜ ਜ਼ਿਆਦਾ ਆ, ਉਹ ਜ਼ਿਆਦਾ ਆ, ਤੇ ਘਰ ਕੈਨੇਡਾ ਦੇ ਵਿੱਚ ਘਰ ਆ, ਤੇ ਮਤਲਬ ਇੱਕ ਸਿੱਧਾ ਹੀ ਆ ਕਿ ਸਾਲ 2 ਸਾਲ ਹੀ ਘਰ ਸਸਤੇ ਹੋ ਸਕਦੇ, ਅਲਟੀਮੇਟਲੀ ਅਫੋਰਡੇਬਲ ਨਹੀਂ ਹੋਣੇ, ਆਮ ਬੰਦੇ ਦੀ ਪਹੁੰਚ ਦੇ ਵਿੱਚ ਇਹ ਘਰ ਨਹੀਂ ਆਉਣੇ। ਏਜੰਸੀ ਨੇ ਰਿਪੋਰਟ ਕੱਲ੍ਹ ਵੀਰਵਾਰ ਨੂੰ ਰਿਲੀਜ਼ ਕੀਤੀ ਹੈ, ਬੜੀ ਡਿਟੇਲ ਦੇ ਵਿੱਚ, ਬਹੁਤ ਸਾਰੀਆਂ ਵੈਬਸਾਈਟਸ ਦੇ ਉੱਤੇ ਅਵੇਲੇਬਲ ਆ, ਉੱਥੇ ਜਾ ਕੇ ਵੀ ਤੁਸੀਂ ਇਹਨੂੰ ਦੇਖ ਸਕਦੇ ਆ। ਸਪਲਾਈ ਦੀ ਸ਼ਾਰਟੇਜ ਉਸ ਵੇਲੇ ਜਦੋਂ ਕਿ ਡਿਮਾਂਡ ਵਧਿਆ ਤਾਂ ਅਫੋਰਡੇਬਿਲਟੀ ਦੇ ਉੱਤੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਸਪਲਾਈ ਜਿੰਨਾ ਚਿਰ ਨਹੀਂ ਵੱਧਦੀ ਉਹਨਾਂ ਚਿਰ ਅਫੋਰਡੇਬਿਲਟੀ ਨਹੀਂ ਹੋ ਸਕਦੀ, ਔਰ ਉਹ ਵੀ ਜੇਕਰ 2030 ਤੱਕ ਉਹ ਕਹਿੰਦੇ ਅਸੀਂ ਦੇਖਿਆ ਜਾਵੇ। ਹੁਣ ਜਿਸ ਰਫਤਾਰ ਨਾਲ ਕੈਨੇਡਾ ਦੇ ਵਿੱਚ ਘਰ ਬਣ ਰਹੇ ਆ, CMHC ਇਹ ਕਹਿ ਰਿਹਾ ਆ ਕਿ ਇਹ ਸਟਾਕ ਦੇ ਵਿੱਚ ਹੋਰ 2.3 ਮਿਲੀਅਨ ਯੂਨਿਟ 2030 ਤੱਕ ਆ ਜਾਣਗੇ। ਮਤਲਬ 2.3 ਮਿਲੀਅਨ ਹੋਰ 23 ਲੱਖ ਹੋਰ ਬਣ ਜੂਗਾ, ਤੇ ਟੋਟਲ ਜਿਹੜੇ ਯੂਨਿਟ ਆ ਉਹ 19 ਮਿਲੀਅਨ ਹੋ ਜਾਣਗੇ। ਸੋ ਚਾਹੀਦੇ ਸਾਨੂੰ 3.5 ਮਿਲੀਅਨ ਆ, ਜਿਹਦੇ ਵਿੱਚ ਕਿ ਜੇ ਹਿਸਾਬ ਨਾਲ ਹੁਣ ਘਰ ਬਣ ਰਹੇ ਆ ਤਾਂ 2.3 ਮਿਲੀਅਨ ਹੀ ਬਣਨਗੇ। ਮਿਲੀਅਨ ਦੇ ਕਰੀਬ ਘਰ ਹੋਰ ਜ਼ਿਆਦਾ ਇੱਥੇ ਘੱਟ ਹੋਣਗੇ। ਇਹਦਾ ਮਤਲਬ ਇਹ ਆ ਕਿ ਬੰਦੇ ਰਹਿਣ ਵਾਲੇ ਜ਼ਿਆਦਾ ਹੋਣਗੇ, ਘਰ ਘੱਟ ਹੋਣਗੇ, ਉਹ ਵੀ ਜੇ ਇਸ ਰਫਤਾਰ ਨਾਲ ਬਣਦੇ ਰਹੇ। ਇਹਦੇ ਵਿੱਚ ਸਮੱਸਿਆਵਾਂ ਬਹੁਤ ਨੇ, ਕਈ ਰੂਲ ਨੇ, ਕਈ ਰੈਗੂਲੇਸ਼ਨਸ ਨੇ। ਇੱਕ ਘਰ ਬਣਾਉਣ ਦੇ ਲਈ ਜੋ ਕੁਝ ਕਰਨਾ ਪੈਂਦਾ, ਜੋ ਕੁਝ ਪਾਸ ਕਰਾਉਣਾ ਪੈਂਦਾ, ਜਿੱਥੇ ਜਾਣਾ ਪੈਂਦਾ, ਉਹਦੇ ਵਿੱਚ ਸਮੱਸਿਆਵਾਂ ਬਹੁਤ ਨੇ। ਕੰਕਰੀਟ ਵਾਲਿਆਂ ਦੀ ਸਟ੍ਰਾਈਕ ਹੋਈ ਸੀ ਅੱਜ ਹੀ, ਜਿਹੜੀ ਆ ਖਬਰ ਥੋੜ੍ਹਾ ਚਿਰ ਪਹਿਲਾਂ ਹੀ ਇਹ ਆ ਕਿ ਸਟ੍ਰਾਈਕ ਜਿਹੜੀ ਹੁਣ ਟੁੱਟ ਗਈ ਆ, ਹੜਤਾਲ ਟੁੱਟ ਗਈ ਆ। ਕੰਕਰੀਟ ਨਹੀਂ ਮਿਲ ਰਹੀ, ਪਿੱਛੇ ਸਮਾਨ ਨਹੀਂ ਮਿਲ ਰਿਹਾ, ਜਿਹੜੀ ਸਪਲਾਈ ਦੀ ਸ਼ਾਰਟੇਜ ਆ ਇਹ ਉਹਨਾਂ ਘਰਾਂ ਨੂੰ ਬਣਨ ਦੇ ਵਿੱਚ ਸਲੋਅ ਕਰ ਰਹੀ ਹੈ। ਜਿੰਨੀ ਤੇਜ਼ੀ ਦੇ ਨਾਲ ਉਹ ਬਣਨੇ ਚਾਹੀਦੇ ਉਨੀ ਤੇਜ਼ੀ ਨਾਲ ਬਣ ਨਹੀਂ ਰਹੇ, ਤੇ ਕੁਦਰਤੀ ਤੌਰ ਦੇ ਉੱਤੇ ਜੇ 3.5 ਮਿਲੀਅਨ ਘਰ 2030 ਤੱਕ ਚਾਹੀਦੇ ਆ, 2.3 ਮਿਲੀਅਨ ਘਰ ਬਣਨਗੇ ਜਿਸ ਰਫਤਾਰ ਨਾਲ ਚੱਲੀ ਜਾਂਦੇ ਆ। ਉਹਨਾਂ ਨੇ ਸਿੱਧਾ ਤਾਂ ਨਹੀਂ ਕਿਹਾ, ਪਰ ਮਤਲਬ ਇਹਦਾ ਇਹੀ ਨਿਕਲਦਾ ਕਿ ਅਫੋਰਡੇਬਿਲਟੀ ਨਹੀਂ ਹੋ ਸਕਦੀ, ਘਰ ਬੰਦੇ ਦੇ ਵੱਸ ਵਿੱਚ ਨਹੀਂ ਹੋ ਸਕਦਾ, ਇਹਨਾਂ ਦੀਆਂ ਕੀਮਤਾਂ ਹੋਰ ਉੱਤੇ ਜਾਣਗੀਆਂ। ਘਰ ਬਣਾਉਣ ਦੇ ਲਈ ਕੀ ਚਾਹੀਦਾ? ਲੇਬਰ ਚਾਹੀਦੀ, ਲੇਬਰ ਦੀ ਸਭ ਤੋਂ ਵੱਡੀ ਸ਼ਾਰਟੇਜ ਆ ਰਹੀ ਹੈ। ਕੰਸਟਰਕਸ਼ਨ ਸੈਕਟਰ ਦੇ ਵਿੱਚ ਤਰਸ ਰਹੇ ਆ ਲੋਕ ਕਿ ਕੋਈ ਕੰਮ ਕਰਨ ਵਾਲਾ ਲੱਭ ਜਾਵੇ। ਕਿੰਨੇ ਡਾਲਰ ਦੇ ਉੱਤੇ, ਜਿੰਨੀ ਬੇਸਿਕ ਪੇ ਤੋਂ ਕਈ ਵਾਰੀ ਦੁੱਗਣੀ ਜਿਹੜੀ ਪਰ ਆਵਰ ਪੇ ਦੇਣ ਤੋਂ ਬਾਅਦ ਵੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਬੰਦੇ ਨਹੀਂ ਲੱਭ ਰਹੇ। ਔਰ ਇਹ ਜਿਹੜੇ ਕੈਨੇਡਾ ਦੀ ਹਾਊਸਿੰਗ ਸਟਾਕ ਆ, ਇਹਦੇ ਵਿੱਚ ਜਿਹੜਾ ਸਪਲਾਈ ਦਾ ਇਸ਼ੂ ਆ, ਲੇਬਰ ਸ਼ਾਰਟੇਜ ਆ, ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਆ ਕਿ ਜਿਹੜੀ ਇਹ ਲੇਬਰ ਆ, ਇਹਦੀ ਅਨਐਮਪਲੋਇਮੈਂਟ ਕੰਸਟਰਕਸ਼ਨ ਦੇ ਸੈਕਟਰ ਦੇ ਵਿੱਚ ਹਿਸਟੋਰੀਕਲੀ ਲੋ ਆ। ਇੱਦਾਂ ਕਦੇ ਵੀ ਨਹੀਂ ਹੋਇਆ, ਨਹੀਂ ਤਾਂ ਬੰਦੇ ਹੁੰਦੇ ਆ ਕੰਮ ਵਾਲੇ, ਉੱਥੇ ਅਨਐਮਪਲੋਇਮੈਂਟ ਹੁੰਦੀ ਆ, ਪਰ ਜੋਬਲੈਸ ਰੇਟ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਇਸ ਵੇਲੇ ਰੈਕਡ ਲੋ ਆ। ਜਿਹੜਾ ਵੈਕੈਂਸੀਜ਼ ਨੇ ਉਹ ਰੈਕਡ ਹਾਈ ਨੇ। ਇਹ ਹੁਣ ਤੁਸੀਂ ਇਹ ਸੋਚ ਸਕਦੇ ਹੋ ਵੀ ਸਾਡੇ ਇਲਾਕੇ ਦੇ ਵਿੱਚ ਕਿਹਨੂੰ ਬੰਦਾ ਚਾਹੀਦਾ, ਤੁਸੀਂ ਲੋਕਲ ਅਖਬਾਰਾਂ ਚੱਕ ਕੇ ਦੇਖ ਸਕਦੇ ਹੋ, ਕਿਤੇ ਹੋਰ ਦੇਖਿਆ ਜਾ ਸਕਦਾ। ਇਹ ਜਿਹੜੇ ਫੈਕਟਰ ਨੇ ਕਿ ਲੇਬਰ ਨਹੀਂ ਮਿਲ ਰਹੀ। ਦੂਜੀ ਇੱਕ ਤਾਂ ਜਿਹੜੀ ਲੇਬਰ ਆ, ਜਨਰਲ ਲੇਬਰ ਆ, ਉਹ ਨਹੀਂ ਮਿਲ ਰਹੀ। ਦੂਜੀ ਸ਼ਾਰਟੇਜ ਜਿਹੜੇ ਟ੍ਰੇਡਸ ਨੇ, ਸਕਿਲਡ ਟ੍ਰੇਡਸ ਨੇ, ਉਹਨਾਂ ਦੇ ਵਿੱਚ ਬਹੁਤ ਵੱਡੀ ਕਮੀ ਆ। ਇੱਕ ਘਰ ਨੂੰ ਬਣਾਉਣ ਦੇ ਵਿੱਚ ਕਿੰਨੇ ਟ੍ਰੇਡ ਜਿਹੜੇ ਚਾਹੀਦੇ ਆ ਉਹਦੇ ਵਿੱਚ ਇਨਵੋਲਵ ਹੁੰਦੇ ਆ, ਉਹਨਾਂ ਦੇ ਵਿੱਚ ਕਮੀ ਆ। ਬਿਲਡਿੰਗ ਮਟੀਰੀਅਲ ਦੀ ਕਮੀ ਆ। ਸੋ ਜਿੰਨਾ ਚਿਰ ਇਹ ਸਾਰੀਆਂ ਗੱਲਾਂ ਬਾਤਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਘਰਾਂ ਦੀ ਇਨਵੈਂਟਰੀ ਵੱਧ ਨਹੀਂ ਸਕਦੀ, ਤੇ ਜੇ ਇਨਵੈਂਟਰੀ ਨਹੀਂ ਵੱਧ ਸਕਦੀ ਤੇ ਇਹਦਾ ਸਿੱਧਾ ਮਤਲਬ ਆ ਕਿ ਹੋ ਸਕਦਾ ਸਾਲ 2 ਸਾਲ ਹੀ ਘਰ ਥੱਲੇ ਚਲੇ ਜਾਣ, 4 ਸਾਲ ਹੀ ਥੱਲੇ ਚਲੇ ਜਾਣ। ਅਲਟੀਮੇਟਲੀ ਇਹਦੀਆਂ ਕੀਮਤਾਂ ਇੰਨੀਆਂ ਵੱਧ ਜਾਣੀਆਂ ਇੱਥੇ ਘਰਾਂ ਦੀਆਂ ਕਿ ਜਿਹੜੀਆਂ ਅਫੋਰਡ ਨਹੀਂ ਹੋਣੀਆਂ। ਸੋ ਜਿਹੜਾ ਰੈਗੂਲੇਟਰੀ ਸਿਸਟਮ ਆ, CMHC ਕਹਿੰਦਾ ਵੀ ਉਹਨੂੰ ਐਫੀਸ਼ੀਐਂਟ ਬਣਾਓ। ਜਿੱਥੋਂ ਜਾ ਕੇ ਜਿੱਥੇ ਜਾ ਕੇ ਇਹ ਪਾਸ ਹੁੰਦਾ ਆ ਘਰ ਦਾ, ਚਾਹੇ ਉਹ ਨਕਸ਼ਾ ਆ, ਚਾਹੇ ਅਗਲੀ ਚੀਜ਼ ਆ, ਉੱਥੇ ਜਿੱਥੇ ਕਿਤੇ ਵੀ ਘਾਟ ਆ ਉਹਨੂੰ ਤੇਜ਼ ਕੀਤਾ ਜਾਵੇ। ਬਹੁਤ ਸਾਰੇ ਲੋਕ ਸਵਾਲ ਕਰਦੇ ਵੀ ਨੌਕਰੀਆਂ ਤਾਂ ਐਵੇਂ ਕਹੀ ਜਾਂਦੇ, ਹੈ ਕਿੱਥੇ? 82,000 ਦੇ ਕਰੀਬ, ਯਾਨੀ ਕਿ 81,500 ਕੰਸਟਰਕਸ਼ਨ ਜੌਬਸ ਦੀਆਂ ਵੈਕੈਂਸੀਜ਼ ਇਸ ਸਾਲ 2022 ਦੇ ਪਹਿਲੇ ਕੁਆਰਟਰ ਦੇ ਵਿੱਚ ਸੀਗੀਆਂ। 82,000 ਬੰਦਾ ਕੰਸਟਰਕਸ਼ਨ ਇੰਡਸਟਰੀ ਨੂੰ ਚਾਹੀਦਾ ਪਰ ਮਿਲਿਆ ਨਹੀਂ।
ਜਿਹੜੀਆਂ ਜੌਬਸ ਸੀਗੀਆਂ ਉਹਨਾਂ ਦੀਆਂ ਮਤਲਬ ਵੈਕੈਂਸੀਜ਼ ਇੱਥੇ ਤੱਕ ਸੀਗੀਆਂ 2022 ਦੇ ਪਹਿਲੇ ਕੁਆਰਟਰ ਦੇ ਵਿੱਚ, ਜਿਹੜੀ ਕਿ ਪਹਿਲੇ ਕੁਆਰਟਰ ਦੇ ਵਿੱਚ 2 ਸਾਲ ਪਹਿਲਾਂ ਜਿੰਨੇ ਬੰਦੇ ਚਾਹੀਦੇ ਸੀ ਉਹਦੇ ਤੋਂ ਦੁੱਗਣਾ ਆ। ਸੋ ਇਹਦਾ ਹੋਮ ਸੇਲ ਕੁਦਰਤੀ ਤੌਰ ਦੇ ਉੱਤੇ 22% ਡਰੋਪ ਹੋਈ ਆ ਪਿਛਲੇ ਸਮੇਂ ਦੇ ਵਿੱਚ। ਪਿਛਲੇ ਸਾਲ ਨਾਲ ਜੇਕਰ ਇਹਨੂੰ ਕੰਪੇਅਰ ਕੀਤਾ ਜਾਵੇ, ਕੀਮਤਾਂ ਵੀ ਘਟੀਆਂ ਆ ਘਰਾਂ ਦੀਆਂ, ਥੋੜ੍ਹਾ ਜਿਹਾ ਥੱਲੇ ਨੂੰ ਵੀ ਕੀਮਤਾਂ ਆਈਆਂ ਆ, ਪਰ ਜਿਹੜੀ CMHC ਦੀ ਰਿਪੋਰਟ ਆ ਇਹ ਬਹੁਤ ਡਰਾਉਣੀ ਆ। ਤੇ ਜਿੱਥੇ ਅਸਲ ਦੇ ਵਿੱਚ ਕੰਮ ਕਰਨਾ ਚਾਹੀਦਾ, ਜੇਕਰ ਘਰ ਲੋਕਾਂ ਦੇ ਵੱਸ ਦੇ ਵਿੱਚ ਕਰਨੇ ਆ, ਤਾਂ ਉਹ ਘਰਾਂ ਦੀ ਸਪਲਾਈ ਵਧਾਉਣੀ ਚਾਹੀਦੀ ਆ। ਇਹ ਸਭ ਤੋਂ ਵੱਡਾ ਫੈਕਟਰ ਆ। ਬਹੁਤ ਸਾਰੇ ਛੋਟੇ ਛੋਟੇ ਫੈਕਟਰ ਹੈਗੇ ਆ। ਔਰ ਦੂਜੀ ਗੱਲ, ਇਹ ਘਰ ਨੂੰ ਅਫੋਰਡ ਕਰਨਾ ਹੁਣ ਇੰਨਾ ਕੁ ਮਹਿੰਗਾ ਹੋ ਚੁੱਕਾ। ਅੱਜ ਤੋਂ ਕੁਝ ਸਾਲ ਪਹਿਲਾਂ 2003-04 ਦੇ ਵਿੱਚ, ਇਹ ਅੰਕੜੇ ਨੇ ਜਿਹੜੇ ਰਿਪੋਰਟ ਦੇ ਵਿੱਚ ਰਿਲੀਜ਼ ਕੀਤੇ ਗਏ ਨੇ, ਉਹ ਕਹਿੰਦੇ 2003-04 ਦੇ ਵਿੱਚ ਐਵਰੇਜ ਹਾਊਸ ਹੋਲਡ ਦਾ 40% ਇਨਕਮ ਉਹਨਾਂ ਦੀ ਘਰ ਦੇ ਵਿੱਚ ਜਾਂਦੀ ਸੀ ਅੰਟੈਰੀਓ ਦੇ ਵਿੱਚ। ਮਤਲਬ 40% ਜਿਹੜਾ ਜਿੰਨੀ ਉਹਨਾਂ ਦੀ ਕਮਾਈ ਸੀ ਉਹਦਾ 40% ਉਹ ਇਹਦੇ ਵਿੱਚ ਚਲੇ ਜਾਂਦਾ ਸੀ, ਚਾਹੇ ਪੇਮੈਂਟ ਦੇ ਵਿੱਚ ਚਲਿਆ ਜਾਂਦਾ ਸੀ ਮੌਰਗੇਜ ਦੀ, ਤੇ ਚਾਹੇ ਹੋਰ ਖਰਚਿਆਂ ਦੇ ਵਿੱਚ। ਜਿਹੜੀ ਘਰ ਮਤਲਬ ਖਰੀਦਣ ਦਾ, ਜਿਹੜਾ ਘਰ ਨੂੰ ਰੱਖਣ ਦਾ ਖਰਚਾ ਸੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾ ਸੀ, ਇੱਥੇ 45% ਚਲਿਆ ਜਾਂਦਾ ਸੀ। ਹੁਣ ਇਸ ਵੇਲੇ 2021 ਦੇ ਵਿੱਚ 60% ਹੋ ਚੁੱਕਿਆ। ਮਤਲਬ ਜੇ ਪਹਿਲਾਂ ਕੋਈ $10,000 ਕਮਾਉਂਦਾ ਸੀ ਤਾਂ ਉਹਦਾ $4,000 ਘਰ ਦੀ ਕਿਸ਼ਤ ਦੇ ਵਿੱਚ ਤੇ ਉਧਰਲੇ ਪਾਸੇ ਜਾਂਦਾ ਸੀ, ਤੇ ਹੁਣ ਉਹਦਾ $6,000 ਇੱਧਰਲੇ ਪਾਸੇ ਜਾ ਰਿਹਾ। ਇੰਨਾ ਫਰਕ ਇਹਨਾਂ ਸਾਲਾਂ ਦੇ ਵਿੱਚ ਵੀ 2003 ਤੋਂ ਲੈ ਕੇ ਹੁਣ ਤੱਕ ਪੈ ਚੁੱਕਾ। ਐਡੀਸ਼ਨਲ ਸਪਲਾਈ ਜਿਹੜੀ ਕੁਬੈਕ ਦੇ ਵਿੱਚ ਵੀ ਚਾਹੀਦੀ ਹੈ, ਉੱਥੇ ਵੀ ਅਫੋਰਡੇਬਿਲਟੀ ਦਾ ਇਸ਼ੂ ਆ, ਬਾਕੀ ਥਾਵਾਂ ਦੇ ਉੱਤੇ ਵੀ ਚਾਹੀਦੀ। ਔਰ ਵੱਡੀ ਸਮੱਸਿਆ ਜਿਹੜੀ ਦੱਸੀ ਜਾ ਰਹੀ ਹੈ ਕਿ ਇਹਦੀ ਉਹ ਬ੍ਰਿਟਿਸ਼ ਕੋਲੰਬੀਆ ਤੇ ਅੰਟੈਰੀਓ ਇੱਥੇ ਆ। ਅਫੋਰਡੇਬਿਲਟੀ ਇਸ ਵੇਲੇ ਬਹੁਤ ਵੱਡਾ ਇਸ਼ੂ ਬਣ ਚੁੱਕਿਆ। ਤੇ ਇਸ ਰਿਪੋਰਟ ਦੇ ਹਿਸਾਬ ਦੇ ਨਾਲ ਜੇ ਇਹ ਸਪਲਾਈ ਨਾ ਵਧਾਈ ਗਈ ਤਾਂ ਇੱਥੇ ਅਫੋਰਡੇਬਿਲਟੀ ਦੀ ਹੋਰ ਵੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ। ਪ੍ਰੋਪਰਟੀ ਵੈਲਿਊ ਦੱਸਦੇ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੁਝ ਘਟ ਸਕਦੀ ਆ 10%। RBC ਦੇ ਇੱਕ ਮਾਹਰ ਨੇ ਇਹ ਗੱਲਬਾਤ ਦੱਸੀ ਆ ਕਿ ਪ੍ਰੋਪਰਟੀ ਵੈਲਿਊ ਜਿਹੜੀ ਆ ਆਉਣ ਵਾਲੇ ਸਾਲ ਦੇ ਵਿੱਚ, ਅਗਲੇ ਸਾਲ ਦੇ ਵਿੱਚ 10% ਘਟ ਸਕਦੀ ਆ। ਪਰ ਓਵਰਆਲ ਜਦੋਂ ਤੁਸੀਂ ਪਿਕਚਰ ਦੇਖਦੇ ਆ, ਓਵਰਆਲ ਜਦੋਂ ਤੁਸੀਂ ਤਸਵੀਰ ਦੇਖਣ ਦੀ ਯਤਨ ਕਰਦੇ ਆ, ਤਾਂ ਜਿੰਨੇ ਘਰ ਚਾਹੀਦੇ ਆ ਉਨੇ ਘਰ ਬਣ ਹੀ ਨਹੀਂ ਰਹੇ। ਤੇ ਜਿਹਦਾ ਸਿੱਧਾ ਮਤਲਬ ਇਹ ਆ ਵੀ ਇਹ ਕਦੇ ਵੀ ਅਫੋਰਡੇਬਲ ਨਹੀਂ ਹੋਣੇ। ਹੁਣ ਇਹ ਕਿਉਂ ਨਹੀਂ ਬਣ ਰਹੇ, ਕਿਉਂ ਇਹਦੇ ਰੈਗੂਲੇਸ਼ਨਸ ਚੇਂਜ ਨਹੀਂ ਹੋ ਰਹੇ, ਕਿਉਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ, ਇਹ ਬਹੁਤ ਵੱਡੇ ਸਵਾਲ ਆ ਜਿਹੜੇ ਸਾਡੇ ਸਾਹਮਣੇ ਨੇ। ਵਾਤਾਵਰਨ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤਬਦੀਲੀ ਆਈ ਆ। ਬਹੁਤ ਸਾਰੇ ਇਲਾਕੇ ਜਿਹੜੇ ਪੁਰਾਣੇ ਲੋਕ ਇੱਥੇ ਵਸਦੇ ਆ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਦੱਸਦੇ ਆ ਕਿ ਇੱਥੇ ਸਾਰੇ ਘਰਾਂ ਦੇ ਵਿੱਚ ਪੱਖੇ ਵੀ ਨਹੀਂ ਸੀ ਹੁੰਦੇ ਤੇ 에ਅਰ ਕੰਡੀਸ਼ਨ ਬਹੁਤ ਘੱਟ ਘਰਾਂ ਦੇ ਵਿੱਚ ਹੁੰਦੇ ਸੀ। ਪਹਿਲੇ ਜਿਹੜੇ ਘਰ ਬਣੇ ਆ ਉਹਨਾਂ ਦੇ ਵਿੱਚ AC ਨਹੀਂ ਲੱਗੇ। ਹੁਣ ਜਿਹੜੀਆਂ ਨਵੀਆਂ ਕੰਸਟਰਕਸ਼ਨਸ ਹੋ ਰਹੀਆਂ, ਜਿਹੜੇ ਵੱਡੇ ਟਾਊਨ ਹਾਊਸਿਸ ਜਾਂ ਇੱਦਾਂ ਦੇ ਅਪਾਰਟਮੈਂਟ ਜਾਂ ਉਹ ਚੀਜ਼ਾਂ ਬਣ ਰਹੀਆਂ, ਉਹਨਾਂ ਦੇ ਵਿੱਚ ਸੈਂਟਰਲੀ 에ਅਰ ਕੰਡੀਸ਼ਨ ਦਾ ਪ੍ਰਬੰਧ ਹੁੰਦਾ, ਜਾਂ ਹੁਣ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਲੋਕ ਇਹਦਾ ਪ੍ਰਬੰਧ ਕਰਦੇ ਆ। ਪੁਰਾਣੇ ਘਰ ਬਣੇ ਆ ਜਿਨ੍ਹਾਂ ਦੇ ਵਿੱਚ ਇੱਦਾਂ ਦਾ ਪ੍ਰਬੰਧ ਨਹੀਂ ਆ, ਉਹ ਲੋਕ AC ਲਿਆ ਕੇ ਲਾ ਰਹੇ ਆ। ਕਾਰਨ ਕੀ ਆ? ਵੀ ਗਰਮੀ ਵੱਧ ਰਹੀ ਆ। ਗਰਮੀ ਪਹਿਲਾਂ ਇੰਨੀ ਪੈਂਦੀ ਨਹੀਂ ਸੀ ਜਿੰਨੀ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈ ਰਹੀ ਆ। ਅੰਕੜੇ ਸਾਨੂੰ ਪਤਾ ਲੱਗ ਰਿਹਾ BC ਹਾਈਡਰੋ ਤੋਂ, ਜਿੱਥੋਂ ਆਪਣਾ ਬਿਜਲੀ ਦਾ ਸਾਰਾ ਬਿੱਲ ਬੱਤੀਆਂ ਦਾ ਹਿਸਾਬ ਕਿਤਾਬ ਆਉਂਦਾ ਆ। ਉਹ ਦੱਸਦੇ ਆ ਕਿ ਪਿਛਲੇ ਸਾਲਾਂ ਦੇ ਵਿੱਚ AC ਲਵਾਉਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 40% ਲੋਕਾਂ ਦੇ ਘਰਾਂ ਦੇ ਵਿੱਚ AC ਆ, ਜਿਹੜੇ ਕਿ 10 ਸਾਲ ਪਹਿਲਾਂ ਸਿਰਫ 25% ਲੋਕਾਂ ਦੇ ਘਰਾਂ ਵਿੱਚ ਹੁੰਦੇ ਸੀ। ਇੱਕਦਮ ਪਿਛਲੇ ਸਾਲਾਂ ਦੇ ਵਿੱਚ ਰਿਵਾਜ ਪੈ ਗਿਆ ਜਾਂ ਲੋੜ ਪੈ ਗਈ ਲੋਕਾਂ ਨੂੰ AC ਲਵਾਉਣ ਦੀ। ਗਰਮੀ ਇੰਨੀ ਜ਼ਿਆਦਾ ਪਈ, ਔਰ ਵਾਤਾਵਰਨ ਜਿਹੜਾ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬੇ ਦੇ ਵਿੱਚ ਇੱਥੇ ਇੰਨੀ ਗਰਮੀ ਪੈਣ ਲੱਗ ਪਈ ਆ ਕਿ ਲੋਕਾਂ ਨੂੰ ਹੁਣ AC ਤੋਂ ਬਿਨਾਂ ਰਹਿਣਾ ਮੁਸ਼ਕਲ ਹੋਇਆ ਪਿਆ। ਪਿਛਲੇ ਸਾਲ 63% AC ਓਨਰਸ ਜਿਹੜੇ ਆ ਉਹਨਾਂ ਨੇ ਆਪਣੇ ਯੂਨਿਟ ਯੂਜ਼ ਕੀਤੇ ਆ 5 ਘੰਟੇ ਤੋਂ ਜ਼ਿਆਦਾ ਇੱਕ ਦਿਨ ਦੇ ਵਿੱਚ। ਸੋ ਇੱਥੋਂ ਅੰਦਾਜ਼ਾ ਲੱਗ ਸਕਦਾ ਕਿ ਲੋਕ ਇਹਦੀ ਵਰਤੋਂ ਕਿੰਨੀ ਕਰਦੇ ਆ। ਔਰ ਸਭ ਤੋਂ ਮਾੜਾ ਦਿਨ ਸੀਗਾ એનર્ਜੀ ਕੰਜ਼ੰਪਸ਼ਨ ਦੇ ਪੱਖ ਤੋਂ ਜੇਕਰ ਦੇਖਿਆ ਜਾਵੇ, ਵੀ ਜਿੱਦਣ BC ਹਾਈਡਰੋ ਕਹਿੰਦਾ ਸਾਡੀ ਸਭ ਤੋਂ ਵੱਧ ਬਿਜਲੀ ਵਰਤੀ ਗਈ ਆ, ਉਹ 28 ਜੂਨ ਸੀ ਪਿਛਲੇ ਸਾਲ, ਜਦੋਂ ਹੀਟ ਡੋਮ ਆਇਆ ਸੀ ਤੇ ਟੈਂਪਰੇਚਰ 40 ਡਿਗਰੀ ਤੋਂ ਉੱਤੇ ਚਲੇ ਗਿਆ ਸੀ। ਪਿਛਲੀ ਸਮਰ BC ਹਾਈਡਰੋ ਨੇ 19 ਤੋਂ ਜਿਹੜੇ 25 ਦੇ ਵਿੱਚੋਂ 19 ਜਿਹੜੇ ਆਲ ਟਾਈਮ ਹਾਈ ਉਹਨਾਂ ਨੇ ਡੇਲੀ ਸਮਰ ਪੀਕ ਦੇ ਵਿੱਚ ਦੇਖਿਆ, ਜਿੱਥੇ ਸਭ ਤੋਂ ਵੱਧ ਸਿਸਟਮ ਦੇ ਉੱਤੇ ਉਹਨਾਂ ਦੇ ਲੋਡ ਪਿਆ, ਜਿਹਦੇ ਵਿੱਚ ਜਿਹੜਾ ਡਿਮਾਂਡ ਸੀਗੀ ਜੂਨ 28 ਨੂੰ ਸਭ ਤੋਂ ਵੱਧ ਸੀਗੀ। ਔਰ ਉਹ ਦਿਨ ਦੇ ਵਿੱਚ ਪੁਰਾਣੇ ਰੈਕਡ ਟੁੱਟੇ ਸੀ। 8568 ਮੈਗਾਵਾਈਟ ਉਸ ਦਿਨ ਬਿਜਲੀ ਦੀ ਲੋੜ ਪਈ ਸੀ, ਜਿਹੜੀ ਆਪਣੇ ਆਪ ਦੇ ਵਿੱਚ ਰੈਕਡ ਹਾਈ ਸੀ। ਔਰ ਪਹਿਲਾ ਰਿਕਾਰਡ ਜਿਹੜਾ ਸੀ ਉਹਨੂੰ ਪਹਿਲੇ ਰਿਕਾਰਡ ਨੂੰ 600 ਮੈਗਾਵਾਟ ਤੋਂ ਵੀ ਜ਼ਿਆਦਾ ਉਹਨੂੰ ਜਿਹੜਾ ਤੋੜ ਦਿੱਤਾ ਸੀ। ਔਰ ਦੱਸਿਆ ਜਾ ਰਿਹਾ ਕਿ ਜਿਹੜਾ 600
ਜਿਹੜਾ ਮੈਗਾਵਾਟ ਦਾ ਫਰਕ ਹੈ ਜਿਹਨੂੰ ਸਮਝਣਾ ਹੋਵੇ ਤਾਂ ਉਹ ਕਹਿੰਦੇ ਜਿੱਦਾਂ 6 ਲੱਖ ਪੋਰਟੇਬਲ 에ਅਰ ਕੰਡੀਸ਼ਨ ਹੋਰ ਚੱਲ ਜਾਣ ਇੰਨੀ ਜ਼ਿਆਦਾ ਕੰਜ਼ੰਪਸ਼ਨ ਇਹਦੀ ਬਿਜਲੀ ਦੀ ਹੋਈ ਦੱਸੀ ਜਾਂਦੀ ਆ। ਬਹੁਤ ਸਾਰੇ ਜਿਹੜੇ ਹੋਮ ਓਨਰ ਸੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੰਸਟਾਲ ਕੀਤੇ ਆ ਯੂਨਿਟ, ਅਪਗ੍ਰੇਡ ਕੀਤੇ ਆ, ਕੁਛ ਨੇ ਪੁਰਾਣੇ ਤੇ ਕੁਛ ਨੇ ਜਿਹੜੇ ਉਹਨਾਂ ਨੇ ਜਿਹੜਾ ਕਲਾਈਮੇਟ ਚੇਂਜ ਆ ਉਹਦੇ ਇੰਪੈਕਟ ਵਜੋਂ ਇਹਨੂੰ ਦੇਖਿਆ ਆ। ਸੋ ਬੜੀ ਹੈਰਾਨੀਜਨਕ ਤਰੀਕੇ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਉਹ ਤਬਦੀਲੀ ਕਿਸੇ ਨਾ ਕਿਸੇ ਤਰ੍ਹਾਂ ਦਿਸ ਰਹੀ ਹੈ। ਹੁਣ ਜਿੰਨੇ ਜ਼ਿਆਦਾ ਏਸੀ ਲੱਗ ਰਹੇ ਤਾਂ ਮਤਲਬ ਉਨੀ ਜ਼ਿਆਦਾ ਬਿਜਲੀ ਦੀ ਕੰਜ਼ੰਪਸ਼ਨ ਹੋਊਗੀ, ਇਲੈਕਟ੍ਰਿਸਿਟੀ ਦੀ ਉਨੀ ਜ਼ਿਆਦਾ ਕੰਜ਼ੰਪਸ਼ਨ ਹੋਊਗੀ ਤੇ BC ਹਾਈਡਰੋ ਦੇ ਉੱਤੇ ਉਨਾ ਬੋਝ ਪਊਗਾ ਤੇ ਉਹਨਾਂ ਨੂੰ ਆਪਣਾ ਸਾਰਾ ਸਿਸਟਮ ਆ ਜਿਹੜਾ ਉਸ ਤਰੀਕੇ ਨਾਲ ਕਰਨਾ ਪਊਗਾ, ਉਹਨਾਂ ਦੀ ਲੋਡ ਉਸ ਤਰੀਕੇ ਨਾਲ ਕਰਨੀ ਪਊਗੀ। ਜਿਹੜੀ ਉਹਨਾਂ ਨੇ ਰਿਬੇਟ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਵੱਖ-ਵੱਖ ਤਰੀਕਿਆਂ ਦੇ ਨਾਲ ਦਿੱਤੀ ਜਾ ਰਹੀ ਹੈ। ਸੋ ਇਸ ਹੀਟ ਡੋਮ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਸਟ੍ਰੈਟਜੀ ਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਨਸ਼ੋਰ ਕਰ ਰਿਹਾ ਹੈ ਕਿ ਕਲੀਨ ਇਲੈਕਟ੍ਰਿਸਿਟੀ ਲੋਕਾਂ ਨੂੰ ਮਿਲੇ, ਜਿਹੜਾ ਇਹਦੇ ਨਾਲ ਪੋਲਿਊਸ਼ਨ ਹੁੰਦਾ ਉਹ ਨਾ ਹੋਵੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਲੋੜ ਨੂੰ ਦੇਖਿਆ ਜਾ ਸਕੇ। ਬਹੁਤ ਸਾਰੇ ਇਲਾਕੇ ਜਿਵੇਂ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਹੈ ਜਿੱਥੇ ਗਰਮੀ ਜ਼ਿਆਦਾ ਪੈਂਦੀ ਹੈ ਇੱਥੇ ਨਾਲੋਂ, ਏਸੀ ਤੋਂ ਬਿਨਾਂ ਰਹਿਣਾ ਮੁਸ਼ਕਿਲ ਆ ਤੇ ਬਾਅਦ ਦੇ ਵਿੱਚ ਫਿਰ ਉਹ ਰੈਸਟ੍ਰਿਕਸ਼ਨਸ ਵੀ ਆਉਂਦੀਆਂ ਕਿ ਤੁਸੀਂ ਇੰਨੇ ਤੋਂ ਇੰਨੇ ਤੱਕ ਏਸੀ ਚਲਾਓ, ਇਹਨਾਂ ਥਾਵਾਂ ਦੇ ਉੱਤੇ ਇੰਨੇ ਦਿਨ ਦੇ ਇਸ ਸਮੇਂ ਦੇ ਵਿੱਚ ਘੱਟ ਏਅਰ ਕੰਡੀਸ਼ਨ ਦੀ ਵਰਤੋਂ ਕਰੋ। ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਰੈਸਟ੍ਰਿਕਸ਼ਨਸ ਜਾਂ ਐਡਵਾਈਜ਼ਰੀਜ਼ ਜਿਹੜੀਆਂ ਨੇ ਉਹ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਲਈ ਵੀ ਜਾਰੀ ਹੋਣ। ਆਪਾਂ ਅਕਸਰ ਗੱਲਬਾਤ ਕੀਤੀ ਆ ਕਿ ਸਵੇਰੇ ਸਵੇਰੇ ਜਦੋਂ ਲੋਕਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਤਾਂ ਕੁਛ ਗਰੁੱਪ ਜਿਹੜੇ ਲੋਕਾਂ ਦੇ ਨੇ ਉਹ ਸੜਕਾਂ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਤੇ ਪਤਾ ਇਹ ਲੱਗਦਾ ਵੀ ਇਹ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਰਾਣੇ ਦਰੱਖਤਾਂ ਨੂੰ ਕੱਟਿਆ ਜਾ ਰਿਹਾ। ਸੇਵ ਓਲਡ ਗਰੋਥ ਨਾਂ ਦਾ ਗਰੁੱਪ ਇੱਕ ਖੜਾ ਹੋ ਜਾਂਦਾ ਸੀ। ਅਕਸਰ ਹੀ ਗੱਲਬਾਤ ਕਰਦੇ ਸੋਮਵਾਰ ਨੂੰ ਨੇੜੇ ਤੇੜੇ ਇਹ ਜਦੋਂ ਨਵਾਂ ਵੀਕ ਸ਼ੁਰੂ ਹੁੰਦਾ ਉਹਦੇ ਉੱਤੇ ਇਹ ਜ਼ਿਆਦਾ ਹੁੰਦੇ ਆ। ਇੱਕ ਕਿਤਾਬ ਜਿਹੜੀ ਸਾਹਮਣੇ ਆਈ ਆ ਪਿਛਲੇ ਦਿਨਾਂ ਦੇ ਵਿੱਚ ਤੇ ਇੱਕ ਇਸ਼ੂ ਸਾਹਮਣੇ ਆਇਆ, ਕਿਤਾਬ ਦਾ ਨਾਂ ਆ ਟਰੀ ਥੀਵਸ, ਕ੍ਰਾਈਮ ਐਂਡ ਸਰਵਾਈਵਲ ਇਨ ਨਾਰਥ ਅਮਰੀਕਾਜ਼ ਵੁੱਡਸ। ਜੰਗਲਾਂ ਦੇ ਵਿੱਚੋਂ ਦਰੱਖਤਾਂ ਨੂੰ ਕੱਟ ਕੇ ਵੇਚਣਾ, ਲੱਕੜ ਨੂੰ BC ਦੇ ਜੰਗਲਾਂ ਦੇ ਵਿੱਚੋਂ ਕੱਟ ਕੇ ਵੇਚਣਾ ਇੱਕ ਵੱਡਾ ਇਸ਼ੂ ਇਸ ਵੇਲੇ ਬਣਦਾ ਜਾ ਰਿਹਾ। ਕਾਰਨ ਪਤਾ ਨਹੀਂ ਕੀ ਆ ਪਰ ਬਹੁਤ ਸਾਰੇ ਦਰੱਖਤ ਆ ਜਿਹੜੇ ਕੱਟੇ ਜਾ ਰਹੇ ਆ। ਕੱਟ ਕੇ ਉਹਨਾਂ ਨੂੰ ਕੌਣ ਕੱਟ ਕੇ ਰਾਤੋਂ ਰਾਤ ਚੱਕ ਕੇ ਕਿੱਥੇ ਲੈ ਜਾਂਦਾ ਤੇ ਕਿੱਥੇ ਵੇਚ ਦਿੰਦਾ ਤੇ ਮੁੜ ਕੇ ਜਿਹੜੇ ਜਿੱਥੇ ਬਾਕੀ ਟਿੰਬਰ ਜਾ ਰਹੀ ਆ ਉਹਦੇ ਵਿੱਚ ਹੀ ਉਹ ਸ਼ਾਮਿਲ ਹੋ ਜਾਂਦੇ ਆ। ਲੱਕੜ ਨੂੰ ਪਛਾਣਿਆ ਨਹੀਂ ਜਾ ਸਕਦਾ ਵੀ ਇਹ ਚੋਰੀ ਦੀ ਆ ਇੱਕ ਦੂਜੀ ਆ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਖਾਸ ਕਰ ਜਦੋਂ ਉਹਨਾਂ ਦਰੱਖਤਾਂ ਨੂੰ ਕੱਟਿਆ ਜਾਂਦਾ ਜਿਹੜੇ ਬਹੁਤ ਪੁਰਾਣੇ ਆ, ਜਿਹੜੀ BC ਦੀ ਓਲਡ ਗਰੋਥ ਫੋਰੈਸਟ ਨੇ, ਉਹਨਾਂ ਦੇ ਵਿੱਚ ਫਿਰ ਇਹ ਸਮੱਸਿਆ ਸਭ ਤੋਂ ਵੱਡੀ ਆ ਰਹੀ ਆ। ਇੱਕ ਕਿਤਾਬ ਦੇ ਵਿੱਚ ਵੀ ਇਹ ਜ਼ਿਕਰ ਹੋਇਆ ਤੇ ਇਸ ਇਸ਼ੂ ਦੇ ਉੱਤੇ ਵੀ ਹੁਣ ਗੱਲਾਂ ਬਾਤਾਂ ਹੋ ਰਹੀਆਂ ਕਿ ਖੜੇ ਦਰੱਖਤ ਦਾ ਪੂਰਾ ਚੰਕ ਕਈ ਵਾਰੀ ਥੱਲੇ ਹੁੰਦਾ ਤੇ ਉਹਨੂੰ ਫਿਰ ਲੋਕ ਜਿਹੜੇ ਆ ਉਹ ਕੱਟ ਕੇ ਲੈ ਜਾਂਦੇ ਆ। ਪਹਿਲਾਂ ਇਸ ਸਮੱਸਿਆ ਦਾ ਉਦੋਂ ਪਤਾ ਲੱਗਾ ਸੀ ਕਈ ਦਹਾਕੇ ਪਹਿਲਾਂ ਜਦੋਂ ਇੱਕ ਬਹੁਤ ਕਈ ਸੈਂਕੜੇ ਸਾਲ ਪੁਰਾਣਾ ਸੀਡਰ ਦਾ ਜਿਹੜਾ ਦਰੱਖਤ ਸੀਗਾ ਉਹਨੂੰ ਚੱਕ ਕੇ ਜਿਹੜਾ ਕੋਈ ਨਾ ਕੋਈ ਲੈ ਗਿਆ ਸੀ ਉਸ ਥਾਂ ਦੇ ਉੱਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਫਿਰ ਇਲੀਗਲੀ ਜਿਹੜੇ ਦਰੱਖਤ ਆ ਉਹ ਕੱਟੇ ਜਾਂਦੇ ਆ, ਡਿੱਗ ਜਾਂਦੇ ਆ। ਉਹਨੂੰ ਕਿਸ ਤਰੀਕੇ ਦੇ ਨਾਲ ਕਰਦੇ ਆ, ਇੱਕ ਜਿਹੜੀ BC ਦੀ ਮਿਨਿਸਟਰੀ ਆਫ ਫੋਰੈਸਟ ਆ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਕਿ ਪਿਛਲੇ ਸਾਲ 180 ਇੰਸੀਡੈਂਟ ਹੋਏ ਆ ਅਨਆਥੋਰਾਈਜ਼ਡ ਟਰੀ ਹਾਰਵੈਸਟਿੰਗ ਦੇ 2021 ਦੇ ਵਿੱਚ। ਮਤਲਬ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 180 ਇੰਸੀਡੈਂਟ, ਮਤਲਬ ਹਰ ਰੋਜ਼ ਜਾਂ ਹਰ ਦੂਜੇ ਦਿਨ ਮਤਲਬ ਇੱਦਾਂ ਦੀ ਗੱਲਬਾਤ ਹੋ ਜਾਂਦੀ ਕਿ ਕਿਸੇ ਜੰਗਲ ਦੇ ਵਿੱਚੋਂ ਕੋਈ ਨਾ ਕੋਈ ਅਨਆਥੋਰਾਈਜ਼ਡ ਤਰੀਕੇ ਦੇ ਨਾਲ ਦਰੱਖਤ ਕੱਟ ਲਿਆ ਜਾਂਦਾ। 2022 ਦੇ ਵਿੱਚ ਹਜੇ ਤੱਕ ਨੰਬਰ ਟੈਬੂਲੇਟ ਨਹੀਂ ਕੀਤਾ ਗਿਆ ਕਿ ਕਿੰਨਾ ਆ, ਪਰ ਹੋ ਸਕਦਾ ਹੈ ਅੱਗੇ ਨਾਲੋਂ ਘੱਟ ਹੋਵੇ ਕਿਉਂਕਿ ਜਿਹੜੇ ਕੀਮਤਾਂ ਆ ਉਹਦਾ ਵੀ ਫਰਕ ਪਿਆ ਆ। ਪਰ ਪ੍ਰੋਬਲਮ ਇਹ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਔਰ ਪੂਰੇ ਨਾਰਥ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਕੈਨੇਡਾ ਦੇ ਈਸਟ ਕੋਸਟ ਦੇ ਉੱਤੇ, ਜਿੱਥੇ ਜਿਹੜੀ ਓਲਡ ਗਰੋਥ ਆ ਉਹ ਖਾਸ ਤੌਰ ਦੇ ਉੱਤੇ ਦੂਜੇ ਜਾਂ ਮੈਪਲ ਟਰੀਜ਼ ਨੇ, ਉਹਨਾਂ ਦੀ ਸਮੱਸਿਆ ਬਣ ਰਹੀ ਆ ਕਿ ਇਲੀਗਲੀ ਲੋਕ ਇਹਨਾਂ ਦਰੱਖਤਾਂ ਨੂੰ ਕੱਟ ਕੇ ਵੇਚ ਰਹੇ ਆ। ਓਵਰਆਲ ਇੱਕ ਬੜਾ ਜਿਹੜਾ ਐਸਟੀਮੇਟ ਹੈਗਾ ਆ ਕਿ 1 ਬਿਲੀਅਨ ਨਾਰਥ ਅਮਰੀਕਾ ਦੇ ਵਿੱਚ ਓਵਰਆਲ $1 ਬਿਲੀਅਨ ਦੇ ਇੱਕ ਸਾਲ ਦੇ ਵਿੱਚ ਇਹ ਦਰੱਖਤ ਜਿਹੜੇ ਚੋਰੀ ਹੁੰਦੇ ਆ, 20 ਨਾਲ ਬਿਲੀਅਨ। ਤੇ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਅੰਕੜਾ 20 ਮਿਲੀਅਨ ਪਰ ਈਅਰ ਆ। ਸੋ ਇੱਕ ਸਾਲ ਦੇ ਵਿੱਚ 20 ਮਿਲੀਅਨ ਦੇ ਦਰੱਖਤ ਲੋਕ ਵੱਢ ਕੇ ਤਾਂ ਵੇਚ ਦਿੰਦੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ। ਹੁਣ ਇਹਦੇ ਕਾਰਨ ਕੀ ਆ? ਬਹੁਤ ਸਾਰੇ ਕਾਰਨ ਹੈ। ਰੂਰਲ ਏਰੀਆਜ਼ ਦੇ ਵਿੱਚ ਹੁੰਦਾ, ਗਰੀਬੀ ਵੀ ਉੱਥੇ ਇੱਕ ਵੱਡਾ ਕਾਰਨ ਆ। ਲੋਕ ਇਹਨਾਂ ਨੂੰ ਕੱਟਣਾ ਆਪਣਾ ਹੱਕ ਵੀ ਸਮਝਦੇ ਆ।
ਇਹਦਾ ਜੁਰਮਾਨੇ ਵੀ ਬਹੁਤ ਵੱਡੇ ਆ। ਤੁਹਾਨੂੰ ਪਤਾ ਕਿ ਫੋਰੈਸਟ ਐਂਡ ਰੇਂਜ ਪ੍ਰੈਕਟਿਸਿਸ ਐਕਟ ਹੈਗਾ ਹੈ, ਉਹ ਰੋਕਦਾ ਹੈ ਕਿ ਤੁਸੀਂ ਕਿਸੇ ਦਰਖਤ ਨੂੰ ਵੱਢ ਨਹੀਂ ਸਕਦੇ। ਆਪਣੇ ਵੀ ਘਰਾਂ ਦੇ ਵਿੱਚ ਕੋਈ ਦਰਖਤ ਲੱਗਿਆ ਹੁੰਦਾ ਉਹਨੂੰ ਕੱਟਣਾ ਗੈਰ ਕਾਨੂੰਨੀ ਹੁੰਦਾ ਹੈ, ਤੁਸੀਂ ਉਹਨੂੰ ਇਦਾਂ ਨਹੀਂ ਇਹਨੂੰ ਵੱਢ ਨਹੀਂ ਸਕਦੇ। ਤੇ ਜਦੋਂ ਤੁਸੀਂ ਜਿਹੜੀ ਕਰਾਊਨ ਲੈਂਡ ਦੇ ਉੱਤੇ ਖਾਸ ਕਰ ਕਿਸੇ ਵੀ ਇਹਨੂੰ ਵੱਢਦੇ ਆ ਦਰਖਤ ਨੂੰ, ਤਾਂ ਉਹਦੀਆਂ ਪੈਨਲਟੀਜ਼ ਤੇ ਕਨਵਿਕਸ਼ਨ $1 ਮਿਲੀਅਨ ਤੱਕ ਤੁਹਾਨੂੰ ਉਹਦਾ ਜੁਰਮਾਨਾ ਹੋ ਸਕਦਾ, 3 ਸਾਲ ਦੀ ਤੁਹਾਨੂੰ ਸਜ਼ਾ ਵੀ ਹੋ ਸਕਦੀ ਆ, ਦੋਵੇਂ ਇਕੱਠੇ ਵੀ ਹੋ ਸਕਦੇ ਆ। ਐਡਮਿਨਿਸਟ੍ਰੇਟਿਵ ਜਿਹੜੀਆਂ ਪੈਨਲਟੀਜ਼ ਉਹ ਵੀ ਹੈਗੀਆਂ ਕਿ $1 ਲੱਖ ਤੱਕ ਉਹ ਹੋ ਸਕਦੀ ਹੈ ਪਰ ਹੈਕਟੇਅਰ ਦੇ ਹਿਸਾਬ ਨਾਲ, ਜਾਂ 200 ਸਾਲ ਜਿਹੜਾ $200 ਪਰ ਕਿਊਬਿਕ ਮੀਟਰ ਦੇ ਹਿਸਾਬ ਨਾਲ। ਪਰ ਜਿਹੜੇ ਮਾਹਰ ਦੱਸਦੇ ਆ ਕਿ ਲੋਕ ਇਹ ਕੰਮ ਕਰੀ ਜਾਂਦੇ ਆ, ਪਰ ਕੁਛ ਕੁ ਸੈਂਕੜੇ ਡਾਲਰ ਹੀ ਉਹਨਾਂ ਨੂੰ ਜੁਰਮਾਨਾ ਹੁੰਦਾ ਤੇ ਉਹ ਛੁੱਟ ਕੇ ਬਾਹਰ ਆ ਜਾਂਦੇ ਆ, ਤੇ ਕੁਛ ਵੀ ਇਹਦੇ ਵਿੱਚ ਬਹੁਤ ਵੱਡੀ ਗੱਲਬਾਤ ਨਹੀਂ ਹੁੰਦੀ। ਔਰ ਪਿਛਲੇ ਸਾਲਾਂ ਦੇ ਵਿੱਚ ਮਿਨਿਸਟਰੀ ਆਫ ਫੋਰੈਸਟ ਨੇ ਜਿਹੜਾ ਇਹ ਅੰਕੜੇ ਦੱਸੇ ਆ ਕਿ ਜਿਹੜੀਆਂ ਇਹ ਕੰਪਲੇਨਸਿਸ ਨੇ ਇਹਦੀਆਂ ਉਹ 966 ਪੈਨਲਟੀ ਇਸ਼ੂ ਕੀਤੀਆਂ ਆ ਪਿਛਲੇ 12 ਸਾਲਾਂ ਦੇ ਵਿੱਚ। ਸੋ ਪਿਛਲੇ 12 ਸਾਲਾਂ ਦੇ ਵਿੱਚ 966 ਜਣਿਆਂ ਨੂੰ ਇਸ ਤਰ੍ਹਾਂ ਕੀਤਾ ਗਿਆ, ਔਰ ਉਹ ਵੀ ਕੁਛ ਵਾਇਓਲੇਸ਼ਨ ਟਿਕਟ ਦੇ ਦਿੱਤੀਆਂ ਕਿਸੇ ਨੂੰ, ਤੇ ਸਾਰੀਆਂ ਰਲਾ ਬਣਾ ਕੇ ਵੀ $1,23,000 ਦੇ ਨੇੜੇ ਤੇੜੇ ਬਣਦੀਆਂ ਆ। ਤੇ ਜਿਹੜੇ ਕਿ ਜੁਰਮਾਨੇ ਮਤਲਬ ਕੁਛ ਸੈਂਕੜੇ ਡਾਲਰ ਹੀ ਜੇ ਕੋਈ ਬੰਦਾ ਇਸ ਮਾਮਲੇ ਦੇ ਵਿੱਚ ਫੜਿਆ ਜਾਵੇ ਤਾਂ ਹੋ ਸਕਦਾ। ਪਰ ਹੁਣ ਮਾਮਲਾ ਬਹੁਤ ਗੰਭੀਰ ਆ ਵੀ ਇਹ ਦਰਖਤ ਚੋਰੀ ਕਰਨ ਵਾਲਾ ਹੈ ਕੌਣ। ਪਤਾ ਇਹ ਲੱਗਿਆ ਕਿ ਜਿਹੜੇ ਛੋਟੇ ਜਿਹੜੇ ਹੈਗੇ ਨੇ ਟਾਊਨਸ ਉੱਥੇ ਹੈਗਾ ਆ, ਇਹ ਇਲੀਗਲੀ ਦਰਖਤਾਂ ਨੂੰ ਵੱਢਣਾ ਤੇ ਵੇਚਣਾ, ਜਿਹੜੇ ਪ੍ਰੋਟੈਕਟਡ ਏਰੀਆਜ਼ ਨੇ ਖਾਸ ਕਰ ਸਮਾਲ ਟਾਊਨਸ ਨੇ, ਲੋਕ ਸਟਰਗਲ ਕਰ ਰਹੇ ਆ ਉੱਥੇ ਇਹਨਾਂ ਚੀਜ਼ਾਂ ਦੇ ਨਾਲ। ਉੱਥੇ ਜ਼ਿਆਦਾ ਦੇਖਣਾ ਚਾਹੁੰਦਾ, ਗਰੀਬੀ ਇੱਕ ਵੱਡਾ ਕਾਰਨ ਆ। ਰੂਰਲ ਏਰੀਆਜ਼ ਦੇ ਵਿੱਚ ਲੋਕ ਡਰੱਗ ਯੂਜ਼ ਬਹੁਤ ਕਰਦੇ ਆ, ਖਾਸ ਕਰ ਜਿਹੜੀ ਮੈਥਾਫੈਂਟਾਮੇਨ ਆ ਇਹਦੀ ਵਰਤੋਂ ਕੀਤੀ ਜਾਂਦੀ ਆ। ਹੁਣ ਇਸ ਚੱਕਰ ਦੇ ਵਿੱਚ ਇਹ ਦਰਖਤ ਕੌਣ ਵੱਢਦਾ, ਕਿੱਥੇ ਲਿਜਾ ਕੇ ਵੇਚ ਦਿੰਦਾ, ਇਹ ਇੱਕ ਬਹੁਤ ਵੱਡਾ ਸਵਾਲ ਵੀ ਆ। ਔਰ ਹਿਸਟੋਰੀਕਲੀ ਵੀ ਇਹ ਜਿਹੜੀ ਟਰੀ ਥੀਵਸ ਜਿਹਨਾਂ ਨੂੰ ਕਹਿੰਦੇ ਆ, ਇੱਕ ਬਹੁਤ ਵੱਡਾ ਇਸ਼ੂ ਹੈਗਾ ਆ। ਉਹਨਾਂ ਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ। 11ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੀ ਇਹਨਾਂ ਜੰਗਲਾਂ ਤੱਕ ਐਕਸੈਸ ਸੀ ਉਹ ਹਿਊਮਨ ਰਾਈਟ ਵਾਂਗੂ ਸੀਗੀ, ਕਿਉਂਕਿ ਇਹ ਵੁੱਡਸ ਜਿਹੜੀਆਂ ਲਾਈਫ ਪ੍ਰੋਵਾਈਡ ਕਰਦੀਆਂ। ਅੱਜ ਬ੍ਰਿਟਿਸ਼ ਕੋਲੰਬੀਆ ਤੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਇੱਕ ਇਹ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਕਿ ਕੌਣ ਆ ਜਿਹੜਾ ਇਸ ਤਰੀਕੇ ਨਾਲ ਕਰ ਰਿਹਾ ਤੇ ਇਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ। ਅਮਰੀਕਾ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ, ਜਿਸ ਫੈਸਲੇ ਨੇ ਪੂਰੇ ਦੇਸ਼ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਫੈਸਲਾ ਬੜਾ ਸਧਾਰਨ ਜਿਹੇ ਮਾਮਲੇ ਦੇ ਉੱਤੇ ਲੱਗਦਾ, ਮਾਮਲਾ ਬੜਾ ਸਧਾਰਨ ਜਿਹਾ ਜਾਪਦਾ, ਪਰ ਹੈ ਬਹੁਤ ਗੰਭੀਰ। ਇੱਕ ਔਰਤ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ, ਗਰਭਵਤੀ ਹੋ ਜਾਂਦੀ ਹੈ, ਉਹ ਆਪਣੀ ਕੁੱਖ ਦੇ ਵਿੱਚ ਬੱਚੇ ਨੂੰ ਰੱਖਣਾ ਚਾਹੁੰਦੀ ਹੈ ਜਾਂ ਨਹੀਂ ਰੱਖਣਾ ਚਾਹੁੰਦੀ, ਉਹਦੀ ਮਰਜ਼ੀ ਆ ਜਾਂ ਸਟੇਟ ਦੀ ਮਰਜ਼ੀ ਆ। ਇਹ ਇੱਕ ਬਹੁਤ ਵੱਡਾ ਰੌਲਾ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ। ਕਲੀਅਰ ਕੱਟ ਅਮਰੀਕਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਲੋਕ ਵੰਡੇ ਆ। ਕੁਛ ਸਟੇਟਾਂ ਦੇ ਵਿੱਚ ਇਹ ਕਾਨੂੰਨ ਸਖਤ ਸੀ, ਕੁਛ ਸਟੇਟਾਂ ਦੇ ਵਿੱਚ ਇਹ ਕਾਨੂੰਨ ਨਰਮ ਸੀ। 50 ਸਾਲ ਪਹਿਲਾਂ ਇੱਕ ਫੈਸਲਾ ਹੋਇਆ ਸੀ ਇਸ ਮਾਮਲੇ ਦੇ ਉੱਤੇ, ਇਹਨੂੰ ਰੋ ਵਰਸਸ ਵੇਡ ਫੈਸਲਾ ਕਹਿੰਦੇ ਆ। ਉਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਉਲਟਾ ਦਿੱਤਾ ਵੀ ਨਹੀਂ ਜੀ, ਅਸੀਂ ਨਹੀਂ ਉਹਨੂੰ ਮੰਨਦੇ, ਹੁਣ ਸਾਰਾ ਕੁਝ ਪੁੱਠਾ ਹੋਊਗਾ। ਇਹ ਫੈਸਲਾ ਜਿਹੜਾ ਆ ਇਹਦਾ ਖਰੜਾ ਡਰਾਫਟ ਇਹਦਾ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਲੀਕ ਹੋ ਗਿਆ ਸੀ। ਉਹਦੇ ਤੋਂ ਬਾਅਦ ਹੁਣ ਇਹ ਅਬੋਰਸ਼ਨ ਦਾ ਫੈਸਲਾ, ਇਹਦਾ ਜਿਹੜਾ ਰਾਈਟ ਆ ਉਹ ਇੱਕ ਵਾਰੀ ਫੇਰ ਸਟੇਟ ਦੇ ਕੋਲ ਚਲਿਆ ਗਿਆ। ਭਾਵ ਸਟੇਟ ਫੈਸਲਾ ਕਰੂਗੀ ਕਿ ਕਿਹੜੀ ਔਰਤ ਅਬੋਰਸ਼ਨ ਕਰਵਾ ਸਕਦੀ ਹੈ ਜਾਂ ਕਿਹੜੀ ਔਰਤ ਨੂੰ ਅਬੋਰਸ਼ਨ ਨਹੀਂ ਕਰਵਾ ਸਕਦੀ। ਇੱਕ ਧਿਰ ਇਹ ਮੰਨਦੀ ਆ ਉੱਥੇ ਕਿ ਕੁੱਖ ਦੇ ਵਿੱਚ ਜਦੋਂ ਬੱਚਾ ਬਣਨਾ ਸ਼ੁਰੂ ਹੋ ਗਿਆ, ਭਾਵ 6 ਹਫ਼ਤੇ ਬਾਅਦ ਜਦੋਂ ਅਲਟਰਾਸਾਊਂਡ ਦੇ ਵਿੱਚ ਬੱਚੇ ਦੀ ਹਾਰਟ ਬੀਟ ਆ ਗਈ, ਉਹਦੇ ਤੋਂ ਬਾਅਦ ਉਹਨੂੰ ਮਾਰਨਾ ਕਤਲ ਆ। ਇੱਕ ਤੁਸੀਂ ਜਾਨ ਨੂੰ ਮਾਰ ਰਹੇ ਹੋ, ਇੱਕ ਜਾਨ ਦਾ ਕਤਲ ਕਰ ਰਹੇ ਹੋ। ਵੀ ਉਹ ਤੋਂ ਪਹਿਲਾਂ ਤੁਸੀਂ ਫੈਸਲਾ ਕਰ ਲਓ ਵੀ ਬੱਚਾ ਰੱਖਣਾ ਜਾਂ ਨਹੀਂ ਰੱਖਣਾ। ਇੱਕ ਵਾਰੀ ਉਹਦੀ ਹਾਰਟ ਬੀਟ ਆ ਗਈ ਤਾਂ ਉਹਦੇ ਤੋਂ ਬਾਅਦ ਇਹ ਫੈਸਲਾ ਔਰਤ ਦੇ ਹੱਥ 'ਚ ਨਹੀਂ ਆ ਵੀ ਉਹਨੇ ਫੈਸਲਾ ਕਰਨਾ ਵੀ ਮੈਂ ਆਪਣੇ ਕੁੱਖ 'ਚ ਬੱਚੇ ਨੂੰ ਰੱਖੂੰਗੀ ਜਾਂ ਨਹੀਂ ਰੱਖੂੰਗੀ। ਬਹੁਤ ਉਹ ਦਲੀਲ ਉਹਨਾਂ ਦੀ ਇਹ ਆ ਕਿ ਇਹਨੂੰ ਮਤਲਬ ਇੰਨਾ ਇਹ ਭਿਆਨਕ ਔਰ ਜ਼ੁਲਮ ਵਾਲਾ ਕੰਮ ਆ ਕਿ ਬੱਚੇਦਾਨੀ ਦੇ ਅੰਦਰ ਜਾ ਕੇ ਤੇ ਉਹ ਕੈਂਚੀਆਂ ਜੀਆਂ ਪਾ ਕੇ ਤੇ ਉਹਨੂੰ ਉਹਦੇ ਬੱਚੇ ਦੀ ਲੱਤ ਨੂੰ ਅਲੱਗ ਕੱਟਿਆ ਜਾਂਦਾ, ਉਹਦੇ ਸਕਲ ਨੂੰ ਅਲੱਗ ਕੱਟਿਆ ਜਾਂਦਾ। ਵੀ ਇੰਨਾ ਜ਼ਿਆਦਾ ਇਹ ਭਿਆਨਕ ਕੰਮ ਆ ਕਿ ਇਹਨੂੰ ਨਹੀਂ ਕੀਤਾ ਜਾਣਾ ਚਾਹੀਦਾ। ਇਹ ਬਹੁਤ ਕਰੂਅਲ ਕੰਮ ਆ ਤੇ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਇੱਕ ਧਿਰ ਇਹ ਕਹਿੰਦੀ ਆ, ਔਰ ਉਹਨਾਂ ਨੇ ਦਿਨ ਨਿਸ਼ਚਿਤ ਇਹ ਕੀਤਾ ਕਿ ਜਿੱਦਣ ਤੁਸੀਂ ਪ੍ਰੈਗਨੈਂਟ ਹੋ ਜਾਣੇ ਉਹ ਤੋਂ 6 ਹਫ਼ਤੇ ਬਾਅਦ ਇਹ ਜਿਹੜਾ ਅਬੋਰਸ਼ਨ ਆ ਨਹੀਂ ਕੀਤਾ ਜਾ ਸਕਦਾ, ਜਦੋਂ ਇੱਕ ਵਾਰੀ ਹਾਰਟ ਬੀਟ ਸਾਹਮਣੇ ਆ ਗਈ। ਦੂਜੀ ਧਿਰ ਜਿਹੜੀ ਇਹਦੇ ਵਿੱਚ ਇਹ ਹੱਕ ਦਿੰਦੀ ਆ ਉੱਥੇ ਕਿ ਔਰਤ ਦਾ ਸਰੀਰ ਆ, ਉਹਦੀ ਆਪਣੀ ਮਰਜ਼ੀ ਆ, ਉਹ ਅਬੋਰਸ਼ਨ ਕਰਵਾਉਣਾ ਚਾਹਵੇ ਨਾ ਕਰਵਾਉਣਾ ਚਾਹਵੇ। ਇਹਨੂੰ ਇੰਨਾ ਜ਼ਿਆਦਾ ਸੰਜੀਦਗੀ ਨਾਲ ਨਹੀਂ ਲੈਣਾ ਚਾਹੀਦਾ। ਬੜੇ ਲੋਕ ਆ ਜਿਹੜੇ ਅਚਾਨਕ ਪ੍ਰੈਗਨੈਂਟ ਹੋ ਜਾਂਦੇ, ਉਹ ਆਪਣੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ। ਥੋੜ੍ਹੇ ਦਿਨ ਪਹਿਲਾਂ ਕਈ ਸਟੋਰੀ ਸਾਹਮਣੇ ਆਈਆਂ ਸੀ ਕਿ ਇੱਕ ਜਿਹੜੀ ਟੀਨਏਜਰ ਸੀਗੀ, ਉਹਦੇ ਟਵਿਨ ਹੋਏ ਆ ਤੇ ਉਹ ਨਹੀਂ ਰੱਖਣਾ ਚਾਹੁੰਦੀ ਸੀ ਤੇ ਹੁਣ ਉਹਦਾ ਸਾਰਾ ਕੈਰੀਅਰ ਖਤਮ ਹੋ ਗਿਆ, ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਬਹੁਤ ਸਾਰੇ ਲੋਕ ਆ ਜਿਹੜੇ ਬੱਚਿਆਂ ਨੂੰ
नहीं रखना चाहते भी ये औरत के शरीर के उत्ते उहदा हक होना चाहिए, उन्हें उहदे नाल की करना, ना कि स्टेट का हक होना चाहिए। दो वड्डियां पार्टियां ने उत्थे डेमोक्रेट ते रिपब्लिकन, क्लीयर कट उन्हां दे विच भी जिहड़ी किते ना किते वंड आ कि किहड़े की चाहुंदे आ, अमेरिका के लोगों के विच भी वंड आ, वो भी इस मामले के उत्ते क्लीयर कट वंडे आ कि ये फैसला होना चाहिए जां ये फैसला नहीं होना चाहिए। रो वर्सिस वेड एक बहुत वड्डा फैसला 50 साल पहला सुप्रीम कोर्ट दे विच होया सी ते उहनूं हुण पलट दिता गया। ਉਹਦਾ ड्राफ्ट पहला पिछले दिनों के पिछला महीना इसे महीने के शुरू के लीक हो गया सी। अज जिहड़े उत्थों के जज ने सैमुअल अलीटो, उन्होंने अपना फैसला सुनाया। जजां की बेंच ने 6 ते 3 के फर्क नाल फैसला सुनाया ते जिहड़े तिन्ने लिबरल जज ने उन्होंने रो वर्सिस वेड का फैसला उलटाउण के हक विच नहीं सीगे, जो कुछ 6 हक विच सीगे। हुण सवाल पैदा हुंदा कि ये मामला उत्थे एडा वड्डा क्यों आ अमेरिका दे विच, ते ये असल दे विच कैनेडा दे विच भी मामला एडा वड्डा ही सी। पहला बहुत चर्चा ये उत्ते हुई है। रे बनाम वेड केस की है? गल 1970 के नेड़े तेड़े की आ। कहिंदे 1969 दे विच एक 25 साल की औरत सी, उहदा नाम सी जेन रे। उहदे नाम दे नाल टैक्सस दे विच अबॉर्शन के कानूनों नूं चुनौती दी गई सी भी अबॉर्शन के मामले दे विच उत्थे अबॉर्शन नूं गैर कानूनी मन्निया जाता सी कि इलीगल आ। भी उन्हां जिथे किते कोई बहुत सीरीयस कंडीशन होवे भी माँ की सेहत नूं खतरा आ, उत्थे इहदी आग्या दित्ती जांदी सी। इस केस दे विच एक डिस्ट्रिक्ट अटॉर्नी हैनरी वेड सी, उहने इस गर्भपात के कानून के पक्ष विच केस लड़िया सी ते उन्हां दे नां करके इस केस नूं रो बनाम वेड केस जिहड़ा आख्या गया। हालांकि एक सूडो नेम सी, एक फर्जी नेम सी इस औरत का, जेन रे, ते जिहड़ा अटॉर्नी जनरल सीगा उहदा नाम सीगा वेड। ते उहदे तो ये फिर रे वर्सिस वेड जिहड़ा डिस्ट्रिक्ट अटॉर्नी हैनरी वेड के नाम के उत्ते ते उहदे नाम के उत्ते दोवां दे उत्ते रे वर्सिस वेड ये केस मन्निया जाण लग पिया। औरत का दावा सी कि उहदे नाल बलात्कार होया आ। केस दर्ज कराउण वेले वो तीजे बच्चे नाल गर्भवती सी। ये केस रद्द हो गया। 1973 के मामला अमरीका की सुप्रीम कोर्ट के पहुंचे। एक होर औरत ने मामले के नाल रो के मामले की भी सुनवाई हुई। जजां ने फैसला किया कि सरकारां कोल इस गल नूं तय करन दे अधिकार नहीं है भी ये अबॉर्शन औरत ने कदों करवाउणा जां उहनूं कराउण नूं देना चाहिए जां नहीं देना चाहिए, कानूनी है जां गैर कानूनी कही है। भी जिहड़ी एक औरत की अपने हक्कां दे अपने शरीर के उत्ते जिहड़ा हक है उहदी लंघना कर रहे हैं तुसीं। सो फैसला ये आया कि जिहड़ा ये गर्भपात कराउण दा फैसला सी अमरीका के संविधान के अनुसार सी। रो वर्सिस वेड के फैसले के अनुसार औरत वालों अबॉर्शन करवाउण दा फैसला उहदा अपना परसनल उहदे जिहड़ा निजी अधिकार आ उहदे विच आउंदा आ। अमरीका के संविधान की 14वीं सोध दे विच हरेक नागरिक नूं हर अपने जीवन आज़ादी ते अपना अधिकार उहदे कोल हैगा, जिहड़ा उहदा अपना अधिकार आ। स्टेट उदों ही अबॉर्शन के उत्ते पाबंदी ला सकती है जां जिहनूं बैन कर सकती है जे वो 22 तो 24 हफ्तियां दा होवे। भाव उस अवस्था दे विच इहदे बच्चे का जीवन कित्थों शुरू हुंदा, इहदे बारे बड़े महत्वपूर्ण पॉइंट आ। एक तो यह कहा जाता कि जदों बच्चा असल दे विच माँ की कुख दे विचों बाहर आ गया, उत्थों उहदा असीं जीवन मिलना शुरू करते हैं। वो एक जान उत्थों मन्निया जाता है कि जिउंदी जान इत्थे आ। कुछ लोग इहनूं उत्थे डिफाइन करते आ कि जदों जिहड़ा स्पर्म आ वो एग दे नाल मिल जांदा ते वो असल दे विच शुरुआत हो जाती है, जीवन उत्थों शुरू हो चुक्या। पर इहदे विच विचाले दो बड़े महत्वपूर्ण पॉइंट आउंदे आ। एक तां 6 हफ्तियां दा पॉइंट आउंदा। 6 हफ्तियां दे पॉइंट दे उत्ते ਉਹਦੀ ਜਿਹੜੀ ਹਾਰਟ ਬੀਟ ਆ ਉਹਨੂੰ ਅਲਟਰਾਸਾਊਂਡ ਦੇ ਨਾਲ ਦੇਖਿਆ ਜਾ ਸਕਦਾ, ਸੁਣਿਆ ਜਾ ਸਕਦਾ। ਉਹ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਹਾਰਟ ਬੀਟ ਆ ਗਈ ਹੈ। ਵੀ ਜਾਂ ਤਾਂ ਇੱਕ ਉਹ ਪੁਆਇੰਟ ਆ, ਇੱਕ 22 ਤੋਂ 24 ਹਫ਼ਤੇ ਦਾ ਜਦੋਂ ਬੱਚਾ ਕੁੱਖ ਦੇ ਵਿੱਚ ਹੋ ਜਾਂਦਾ ਉਹਨੂੰ ਮੰਨਿਆ ਜਾਂਦਾ ਵੀ ਜੇ ਹੁਣ ਇਹ ਪੈਦਾ ਵੀ ਹੋ ਜਾਵੇ, ਪੈਦਾ ਉਹਨੇ 9 ਮਹੀਨੇ ਬਾਅਦ ਹੋਣਾ ਕਿ ਥੋੜਾ ਸਮਾਂ ਪਹਿਲਾਂ ਵੀ ਪੈਦਾ ਹੋ ਜਾਵੇ ਤਾਂ ਦੁਨੀਆ ਦੇ ਵਿੱਚ ਆਪਣੇ ਆਪ ਰਹਿ ਸਕਦਾ ਆ। ਸੋ ਸਰਕਾਰ ਜਿਹੜੀ ਆ ਉਹ ਕਹਿੰਦੇ ਸੀ ਇਹਨੂੰ ਉੱਥੋਂ ਹੀ ਕਰ ਸਕਦੀ ਆ ਜਦੋਂ 22 ਤੋਂ 24 ਹਫ਼ਤਿਆਂ ਦਾ ਹੋਵੇ, ਭਾਵ उस अवस्था के अबॉर्ट किया जाए, जो बाहर रहने के योग है तो उत्थे सरकार दखल देगी। अदालत ने इस फैसले तो बाद बहुत सारिया स्टेटां दे कोल इस अबॉर्शन नूं अपने मर्जी नाल चलाउण दा हिस्सा आ जाऊगा तो लगभग अज तो अद्धियां अमेरिका दीयां स्टेट्स दे विच अबॉर्शन बैन हो जाना। जज एलिटो ने अपने फैसले दे विच ये गलबात कही आ कि जिहड़ा अबॉर्शन आ इहदा अधिकार जिहड़ा सिर्फ अदालत कोल ही नहीं सगों जिहड़े उन्हां दे अपने जिहड़े नुमाइंदे ने उन्हां दे कोल भी होना चाहिए, ला मेकर्स दे कोल भी होना चाहिए। हुण इस फैसले का मतलब ये नहीं कि पूरे मुल्क भर दे विच अबॉर्शन करवाउण दे उत्ते पाबंदी लग गई है, सगों हरेक स्टेट दे विच अपने हिसाब नाल हुण फैसला लऊगा।
ਵੀ ਕਿਸ ਹੱਦ ਤੱਕ ਉਹ ਇਸ ਪ੍ਰੋਸੀਜਰ ਨੂੰ ਸੀਮਿਤ ਕਰਦੇ ਆ ਜਾਂ ਇਹਦੀ ਕਿੱਥੇ ਤੱਕ ਉਹ ਪਾਬੰਦੀ ਲਾਉਂਦੇ ਆ। ਔਰ ਇਹਨੇ ਬਹੁਤ ਵੱਡਾ ਇੱਕ ਫੈਸਲਾ ਆ ਜਿਹਨੇ ਇੱਕ ਵਾਰੀ ਬਹੁਤ ਹਜੇ ਲੰਬਾ ਸਮਾਂ ਅਮਰੀਕਾ ਦੇ ਵਿੱਚ ਹਲਚਲ ਪੈਦਾ ਕਰਨੀ ਹੈ। ਅੱਧੇ ਤੋਂ ਵੱਧ ਅਮਰੀਕੀ ਸਟੇਟ ਪਹਿਲਾਂ ਹੀ ਇਹਨੂੰ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਹੋਵੇ ਵੀ ਇਹਦੇ ਉੱਤੇ ਇਹ ਬੈਨ ਲੱਗਣਾ ਚਾਹੀਦਾ। ਕਈ ਥਾਵਾਂ ਦੇ ਉੱਤੇ ਇਹ ਆ ਕਿ ਇੱਕ ਸਟੇਟ ਦੇ ਵਿੱਚ ਬੈਨ ਆ, ਉਹ ਅਬੋਰਸ਼ਨ ਦੂਜੀ ਸਟੇਟ ਦੇ ਵਿੱਚ ਜਾ ਕੇ ਕਰਵਾ ਸਕਦੇ ਆ। ਹੁਣ 400-500 ਕਿਲੋਮੀਟਰ ਦੂਜੇ ਥਾਂ ਦੇ ਉੱਤੇ ਜਾ ਕੇ ਸਿਰਫ ਇੱਕ ਅਬੋਰਸ਼ਨ ਦੇ ਲਈ, ਜਿਹੜਾ ਕਿ ਇੱਕ ਸਧਾਰਨ ਜਿਹਾ ਕੰਮ ਆ, ਉਹ ਵੀ ਲੋਕ ਉਹਦੇ ਵੀ ਵਿਰੋਧ ਦੇ ਵਿੱਚ ਆ। ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜੇ ਇਹਨੂੰ ਫੈਸਲੇ ਨੂੰ ਉਲਟਾਉਣ ਦੇ ਲਈ ਕੋਈ ਨਾ ਕੋਈ ਤਰੀਕਾ ਜ਼ਰੂਰ ਕਰ ਰਹੇ ਆ। ਜਿਹੜੇ ਸਾਡੇ ਕੈਨੇਡਾ ਦੇ ਵਿੱਚੋਂ ਵੀ ਇਹਦੀ ਆਲੋਚਨਾ ਹੋਈ ਹੈ ਇਸ ਫੈਸਲੇ ਦੀ। ਸਾਰੀਆਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, NDP ਦੇ ਜਗਮੀਤ ਸਿੰਘ, ਇਹਨਾਂ ਸਾਰਿਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਵਿਰੋਧ ਕੀਤਾ ਵੀ ਤੁਸੀਂ ਇਹਨੂੰ, ਇਹ ਸਿੱਧਾ ਔਰਤ ਦੇ ਹੱਕ ਦੇ ਉੱਤੇ ਡਾਕਾ ਆ ਵੀ ਉਹਦਾ ਅਧਿਕਾਰ ਜਿਹੜਾ ਉਹਦੇ ਆਪਣੇ ਸਰੀਰ ਦੇ ਉੱਤੇ ਅਧਿਕਾਰ ਆ, ਉਹਦੇ ਨਾਲ ਇਹ ਧੱਕਾ ਹੋ ਰਿਹਾ। ਸੋ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਆ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੰਪਲੀਕੇਸ਼ਨਸ ਇਸ ਤਰੀਕੇ ਦੇ ਨਾਲ ਆਉਣਾ ਆ। ਪਿਛਲੇ ਦਿਨਾਂ ਦੇ ਵਿੱਚ ਕਮਾਲਾ ਹੈਰਿਸ ਨੇ ਉੱਥੇ ਵੀ ਜਿਹੜੀ ਬਾਕੀ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਕਿ ਇਸ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਪਲਟਾਇਆ ਜਾਣਾ ਜਾਂ ਕੀ ਕੀਤਾ ਜਾ ਸਕਦਾ। ਪਿਛਲੇ ਦਿਨਾਂ ਦੇ ਵਿੱਚ ਰੌਲਾ ਤਾਂ ਉਸ ਦਿਨ ਤੋਂ ਹੀ ਪੈਣਾ ਸ਼ੁਰੂ ਹੋ ਗਿਆ ਸੀ ਜਦੋਂ ਇਹ ਫੈਸਲੇ ਦਾ ਡਰਾਫਟ ਪਹਿਲਾਂ ਹੀ ਲੀਕ ਹੋ ਗਿਆ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਫੈਸਲਾ ਹੋ ਰਿਹਾ। ਜਿਹੜੀਆਂ ਅਬੋਰਸ਼ਨ ਦੇ ਐਂਟੀ ਅਬੋਰਸ਼ਨ ਆਰਗੇਨਾਈਜੇਸ਼ਨ ਆ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ। ਜਿਹੜੀ ਜਦੋਂ ਇਹ ਰੌਲਾ ਪਿਆ, ਇਹ ਰੌਲਾ ਇੰਨਾ ਖਤਰਨਾਕ ਹੋ ਗਿਆ ਸੀ ਕਿ ਸੁਪਰੀਮ ਕੋਰਟ ਦੀ ਸਿਕਿਉਰਿਟੀ ਦੇ ਲਈ ਬਾਹਰ 2-2.5 ਮੀਟਰ ਉੱਚੀ ਕੰਧ ਸਾਰ ਦਿੱਤੀ ਸੀ ਉੱਥੇ ਵੀ ਕਿਤੇ ਲੋਕ ਇੱਥੇ ਹਮਲਾ ਨਾ ਕਰ ਦੇਣ। ਸੋ ਹੁਣ ਜਿਹੜੀ ਡੈਮੋਕ੍ਰੈਟਿਕ ਹਾਊਸ ਸਪੀਕਰ ਆ ਨੈਂਸੀ ਪੈਲੋਸੀ, ਉਹਨਾਂ ਨੇ ਕਿਹਾ ਸੀ ਕਿ ਰਿਪਬਲਿਕਨ ਦੇ ਕੰਟਰੋਲ ਵਾਲੀ ਸੁਪਰੀਮ ਕੋਰਟ ਨੇ ਔਰਤਾਂ ਦੀ ਮਤਲਬ ਇਸ ਅਧਿਕਾਰਾਂ ਨੂੰ ਖੋਹਣ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਏਮ ਸੀਗਾ ਉਹਨੂੰ ਵੀ ਅਚੀਵ ਕਰ ਲਿਆ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਹ ਫੈਸਲਾ ਜਿਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਾਉਣਾ ਆ। 50 ਸਾਲ ਪਹਿਲਾਂ ਲਿਆ ਗਿਆ ਇੱਕ ਫੈਸਲਾ, ਉਹਨੂੰ ਉਲਟਾ ਦਿੱਤਾ ਗਿਆ। ਫੈਸਲਾ ਉਲਟ ਜਾਣਾ, ਇਹਦੀ ਖਬਰ ਪਹਿਲਾਂ ਹੀ ਲੋਕਾਂ ਨੇ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਗਲੀ ਖਬਰ ਰੂਸ ਯੂਕਰੇਨ ਯੁੱਧ ਬਾਰੇ। ਰੂਸ ਯੂਕਰੇਨ ਯੁੱਧ 5ਵੇਂ ਮਹੀਨੇ ਦੇ ਵਿੱਚ ਅੱਜ ਪਹੁੰਚ ਗਿਆ ਹੈ। ਬੀਤੇ 4 ਮਹੀਨੇ ਤੋਂ ਰੂਸ ਦੇ ਵਿੱਚ ਯੂਕਰੇਨੀ ਸ਼ਹਿਰਾਂ ਦੇ ਉੱਤੇ ਮਤਲਬ ਜਿੰਨੀ ਤਬਾਹੀ ਉਹਨਾਂ ਨੇ ਮਚਾਈ ਆ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਉੱਚੀ ਉੱਚੀਆਂ ਇਮਾਰਤਾਂ ਜਿਹੜੀਆਂ ਪਹਿਲਾਂ ਕਿਸੇ ਵੇਲੇ ਚਹਿਚਹਾਉਂਦੀਆਂ ਸੀ, ਰੌਸ਼ਨੀ ਸੀਗੀ, ਉੱਥੇ ਖੰਡਰ ਬਣ ਗਈਆਂ। ਕਿੰਨੇ ਮਿਲੀਅਨ ਲੋਕ ਇਸ ਵੇਲੇ ਯੂਕਰੇਨ ਨੂੰ ਛੱਡ ਕੇ ਜਾ ਚੁੱਕੇ ਆ। ਇੰਨਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਰੂਸੀ ਹਮਲੇ ਉਸੇ ਤਰ੍ਹਾਂ ਜਾਰੀ ਆ। ਦੁਨੀਆ ਦੇ ਵੱਡੇ ਵੱਡੇ ਲੀਡਰ ਇਸ ਮਾਮਲੇ ਦੇ ਵਿੱਚ ਪੈ ਕੇ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲਬਾਤ ਕਿਸੇ ਨਹੀਂ ਪਾਸੇ ਨਹੀਂ, ਸਿਰੇ ਨਹੀਂ ਚੜ੍ਹੀ। ਜਿਹੜੇ ਯੂਕਰੇਨ ਤੋਂ ਬਾਅਦ ਯੂਰਪ ਯੂਨੀਅਨ ਦੀ ਯੂਕਰੇਨ ਦੀ ਮੈਂਬਰਸ਼ਿਪ ਨੂੰ ਲੈ ਕੇ ਕਿਹਾ ਸੀ ਕਿ ਤੁਸੀਂ ਇਹਦੇ ਲਈ ਅਪਲਾਈ ਕਰਦੇ ਹਾਂ, ਅਸੀਂ ਇਹਨੂੰ ਸਵੀਕਾਰ ਕਰਦੇ ਹਾਂ। ਉਸੇ ਵੇਲੇ ਇਸ ਵੇਲੇ ਜਿਹੜੀ ਲੁਹਾਂਸਕ ਸਟੇਟ ਆ ਉੱਥੇ 95% ਇਲਾਕਾ ਰੂਸ ਦੀ ਸੈਨਾ ਦੇ ਥੱਲੇ ਆ। ਅੱਧੇ ਤੋਂ ਜ਼ਿਆਦਾ ਡੋਨੈਸਕ ਪ੍ਰਾਂਤ ਦਾ ਹਿੱਸਾ ਉਹ ਵੀ ਰੂਸ ਦੇ ਇਸ ਵੇਲੇ ਥੱਲੇ ਆ। ਰੂਸੀ ਸੈਨਾ ਯੂਕਰੇਨ ਦੇ ਕਈ ਇਲਾਕਿਆਂ ਨੂੰ ਆਪਣਾ ਕੰਟਰੋਲ ਹੋਰ ਵਧਾਈ ਜਾਂਦੀ ਆ। ਦੇਖਦੇ ਅਮਰੀਕਾ ਨੇ ਇੱਕ ਵੱਡੀ ਮਦਦ ਯੂਕਰੇਨ ਦੀ ਪਿਛਲੇ ਸਮੇਂ ਦੇ ਵਿੱਚ ਕੀਤੀ ਵੀ ਆ। ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਲੈ ਕੇ ਯੂਕਰੇਨ ਨੂੰ ਅਫੀਸ਼ੀਅਲ ਕੈਂਡੀਡੇਟ ਦਾ ਦਰਜਾ ਦੇ ਦਿੱਤਾ ਸੀ। ਹਾਲਾਂਕਿ 8-10 ਸਾਲ ਕਹਿੰਦੇ ਆਰਾਮ ਨਾਲ ਲੱਗ ਜਾਣ ਇਸ ਪ੍ਰੋਸੈਸ ਨੂੰ ਪੂਰਾ ਕਰਦਿਆਂ ਨੂੰ। ਯੂਕਰੇਨ ਨੇ ਨੈਟੋ ਦੇ ਵਿੱਚ ਸ਼ਾਮਲ ਹੋਣਾ ਜਾਂ ਨਹੀਂ ਹੋਣਾ, ਇਸ ਗੱਲ ਤੋਂ ਸਾਰਾ ਰੌਲਾ ਸ਼ੁਰੂ ਹੋਇਆ ਸੀ। ਉਹ ਰੌਲਾ ਉੱਥੇ ਦਾ ਉੱਥੇ ਹੀ ਆ। ਯੂਕਰੇਨ ਕਿਸ ਤਰ੍ਹਾਂ ਆਸ ਕਰਦਾ ਸੀ ਕਿ ਨੈਟੋ ਦੀਆਂ ਫੌਜਾਂ ਸਾਡਾ ਸਾਥ ਦੇਣਗੀਆਂ, ਸਾਡੇ ਨਾਲ ਆਉਣਗੀਆਂ। ਮਦਦ ਦੂਜੇ ਦੇਸ਼ਾਂ ਨੇ ਬਹੁਤ ਕੀਤੀ ਆ, ਪਰ ਇਸ ਤਰੀਕੇ ਦੇ ਨਾਲ ਮਦਦ ਨਹੀਂ ਕੀਤੀ ਜਿਸ ਤਰੀਕੇ ਦੇ ਨਾਲ ਉਹ ਆਸ ਕਰਦੇ ਸੀ। ਇਹ ਅੱਜ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਦੁਨੀਆ ਦੇ ਸਾਹਮਣੇ ਕਿ 5ਵੇਂ ਮਹੀਨੇ ਦੇ ਵਿੱਚ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਜਾਣਾ ਆਪਣੇ ਆਪ ਦੇ ਵਿੱਚ ਦੁਨੀਆ ਲਈ ਬਹੁਤ ਚਿੰਤਾਜਨਕ ਗੱਲ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।